ਜਸਵੀਰ ਸਿੰਘ ਰਾਣਾ ਦੀ ਸੰਪਾਦਿਤ ਪੁਸਤਕ ਕਿੰਨਰਾਂ ਦਾ ਵੀ ਦਿਲ ਹੁੰਦਾ ਹੈ ਦੀ ਕਹਾਣੀ ਹੈ ਕੀ ਜਾਣਾ ਮੈਂ ਕੌਣ। ਲੇਖਕ ਮੇਜਰ ਮੰਗਟ। ਮੋਟੀਆਂ ਮੋਟੀਆਂ ਭੂਰੀਆਂ ਅੱਖਾਂ, ਮੋਢਿਆਂ ਤੇ ਡਿੱਗਦੇ ਸਿਲਕੀ ਵਾਲ, ਭਰਵਾਂ ਜੁੱਸਾ, ਕਾਤਲ ਨਜ਼ਰ, ਕਮਾਲ ਦੀ ਕੁੜੀ ਸੀ ਉਹ। ਬਹੁਤੇ ਮਰਦਾਂ ਵਾਂਗ ਮੈਂ ਵੀ ਉਸ ਵੱਲ ਖਿੱਚਿਆ ਗਿਆ। ਕੰਮ ਤੇ ਨਵੀਂ ਨਵੀਂ ਆਈ ਸੀ। ਪੁਰਾਣੇ ਕੰਮ ਕਰਨ ਵਾਲਿਆਂ ਲਈ ਇਹ ਵੀ ਇੱਕ ਅਜੀਬ ਜਿਹੀ ਅੰਦਰੂਨੀ ਖੁਸ਼ੀ ਹੁੰਦੀ ਆ ਜਦੋਂ ਕੋਈ ਸੋਹਣੀ ਸੁਨੱਖੀ ਕੁੜੀ ਕੰਮ ਤੇ ਨਵੀਂ ਨਵੀਂ ਲੱਗਦੀ ਹੈ। ਨਵੇਂ ਰੱਖੇ ਗਰੁੱਪ 'ਚ ਸਲੀਨਾ ਹੀ ਸਭ ਤੋਂ ਸੋਹਣੀ ਕੁੜੀ ਸੀ। ਹਰ ਕੋਈ ਉਸ ਨਾਲ ਗੱਲ ਕਰਨੀ ਚਾਹੁੰਦਾ, ਆਨੀ ਬਹਾਨੀ ਬੁਲਾਉਣ ਦਾ ਯਤਨ ਕਰਦਾ, ਕਦੇ ਕੰਮ ਸਮਝਾਉਣ ਦੇ ਬਹਾਨੇ ਤੇ ਜਾਂ ਕਦੇ ਕਿਸੇ ਹੋਰ ਬਹਾਨੇ। ਉਹ ਵੀ ਹਰ ਕਿਸੇ ਨੂੰ ਮੁਸਕਰਾਹਟਾਂ ਵੰਡਦੀ ਰਹਿੰਦੀ। ਕੰਮ ਤੇ ਸਾਰਿਆਂ ਨੂੰ ਯੂਨੀਫਾਰਮ ਪਹਿਨਣੀ ਪੈਂਦੀ ਸੀ, ਪਰ ਟ੍ਰੇਨਿੰਗ ਖਤਮ ਹੋਣ ਤੋਂ ਬਾਅਦ ਉਹ ਤਾਂ ਓਰੀਐਂਟੇਸ਼ਨ ਸਮੇਂ ਵੀ ਬੜਾ ਸੱਜ ਧੱਜ ਕੇ ਆਉਂਦੀ ਸੀ। ਹਲਕਾ ਮੇਕਅਪ, ਅੱਖਾਂ ਤੇ ਹੋਠਾਂ ਹੇਠ ਲਾਈਨਿੰਗ, ਪਰਫਿਊਮ ਦੀ ਮਹਿਕ, ਜਿਵੇਂ ਸਭ ਕੁਝ ਕਰਨ ਦਾ ਮੌਕਾ ਉਹਨੂੰ ਮਸੀਂ ਮਿਲਿਆ ਹੋਵੇ। ਜਦੋਂ ਉਹਦੀ ਟ੍ਰੇਨਿੰਗ ਮੁੱਕ ਗਈ ਤਾਂ ਉਹ ਮੇਰੇ ਗਰੁੱਪ ਨਾਲ ਆ ਗਈ, ਭਾਵ ਮੈਂ ਉਹਦਾ ਸੁਪਰਵਾਈਜ਼ਰ ਸਾਂ। ਮੇਰੇ ਕੰਮ ਤੇ ਸਾਰੇ ਮਰਦ ਕਾਮੇ ਨਾਲ ਦੀਆਂ ਕੁੜੀਆਂ ਨਾਲ ਖੁੱਲ੍ਹ ਕੇ ਗੱਲਾਂ ਕਰਦੇ। ਗੱਲਾਂ ਦਾ ਵਿਸ਼ਾ ਭਾਵੇਂ ਕੋਈ ਵੀ ਹੋਵੇ, ਇੱਥੋਂ ਤੱਕ ਕਿ ਕਾਮ ਸੰਬੰਧਾਂ ਤੇ ਵੀ ਖੁੱਲ੍ਹ ਕੇ ਗੱਲਾਂ ਕਰ ਲੈਂਦੀਆਂ। ਇਹ ਉਹਨਾਂ 'ਚ ਪੈਦਾ ਹੋਇਆ ਆਤਮ ਵਿਸ਼ਵਾਸ ਹੀ ਸੀ। ਮੈਂ ਕਦੇ ਕਦੇ ਆਪਣਾ ਵੇਲਾ ਸੋਚਣ ਲੱਗ ਪੈਂਦਾ ਕਿ ਤੁਸੀਂ ਭਾਵੇਂ ਕਿਸੇ ਵੀ ਭਾਵਨਾ ਨਾਲ ਕੁੜੀ ਨੂੰ ਵੇਖੋ, ਪਰ ਅੱਗੋਂ ਅਗਲੀ ਟੁੱਟ ਕੇ ਪੈਂਦੀ ਸੀ ਕਿ ਤੇਰੇ ਘਰ ਮਾਂ ਭੈਣ ਨਹੀਂ, ਕਿਵੇਂ ਅੱਖਾਂ ਪਾੜ ਪਾੜ ਝਾਕਦਾ। ਗੱਲ ਕਰਨੀ ਤਾਂ ਬਹੁਤ ਦੂਰ ਦੀ ਗੱਲ ਸੀ, ਪਰ ਇੱਥੇ ਤਾਂ ਕੁੜੀਆਂ ਨੂੰ ਤੁਸੀਂ ਬੁੱਕਲ 'ਚ ਲੈ ਕੇ ਮਿਲ ਸਕਦੇ ਸੀ, ਹੱਥ ਮਿਲਾ ਸਕਦੇ ਸੀ, ਚੁੰਮਣ ਲੈ ਸਕਦੇ ਸੀ ਤੇ ਉਹਨਾਂ ਨੂੰ ਹਾਈ ਸੈਕਸੀ ਜਾਂ ਸਵੀਟ ਵੀ ਕਹਿ ਸਕਦੇ ਸੀ। ਕੈਨੇਡਾ 'ਚ ਸਿਰਫ ਇੱਕੋ ਚੀਜ਼ ਅਪਰਾਧ ਸੀ, ਜ਼ਬਰਦਸਤੀ। ਪਿਆਰ ਨਾਲ ਜੋ ਮਰਜ਼ੀ ਕਹੋ ਜਾਂ ਕਰੋ, ਪਰ ਇਹਦਾ ਇਹ ਮਤਲਬ ਵੀ ਨਹੀਂ ਸੀ ਕਿ ਸਾਰੇ ਲੋਕ ਆਚਰਣਹੀਣ ਹੀ ਸਨ। ਇਹ ਪੱਛਮੀ ਸੱਭਿਅਤਾ ਦੀ ਇੱਕ ਤਹਿਜ਼ੀਬ ਸੀ ਜਿਹਦਾ ਆਦੀ ਆਹਿਸਤਾ ਆਹਿਸਤਾ ਮੈਂ ਵੀ ਹੋ ਗਿਆ। ਸਲੀਨਾ ਦੇ ਲਾਏ ਅਤਰ ਫੁਲੇਲਾਂ ਦੀ ਤਾਰੀਫ ਕਰਦਾ, ਹੱਥ ਮਿਲਾਉਂਦਾ, ਜੱਫੀ ਪਾਉਂਦਾ, ਟੋਟਕੇ ਕੱਸਦਾ, ਮੈਂ ਕਈ ਤਰ੍ਹਾਂ ਦੀਆਂ ਹੋਰ ਗੱਲਾਂ ਵੀ ਕਰ ਲੈਂਦਾ। ਇੱਕ ਦਿਨ ਉਹ ਕਹਿਣ ਲੱਗੀ, ਆਈ ਐਮ ਟੌਮ ਬੁਆਏ, ਕਿਉਂਕਿ ਉਹ ਮਰਦਾਂ ਵਾਂਗ ਵਿਚਰਦੀ ਸੀ। ਅਜਿਹੀਆਂ ਟੌਮ ਬੁਆਏ ਕੁੜੀਆਂ ਥਾਂ ਥਾਂ ਤੇ ਮਿਲ ਜਾਂਦੀਆਂ ਨੇ। ਭਾਵੇਂ ਉਹ ਬਹੁਤ ਖੂਬਸੂਰਤ ਸੀ, ਪਰ ਉਹਦੀ ਮੋਟੀ ਖਰਵੀ ਆਵਾਜ਼, ਮਰਦਾਂ ਵਰਗੀ ਤੋਰ, ਕੰਮ ਕਰਨ ਤੇ ਗਾਲਾਂ ਕੱਢਣ ਦਾ ਅੰਦਾਜ਼ ਉਹਦੀ ਨਾਜ਼ੁਕਤਾ ਤੇ ਸ਼ੱਕ ਪੈਦਾ ਕਰਦਾ। ਕਦੇ ਕਦੇ ਮੈਂ ਸੋਚਦਾ ਕਿ ਕੋਈ ਮੈਡੀਕਲ ਕਾਰਨ ਜਾਂ ਹਾਰਮੋਨ ਦੀ ਗੜਬੜ ਵੀ ਹੋ ਸਕਦੀ ਆ, ਪਰ ਇਸ ਵਿਸ਼ੇ ਤੇ ਮੈਂ ਕਦੇ ਵੀ ਉਸ ਨਾਲ ਖੁੱਲ੍ਹ ਕੇ ਗੱਲ ਨਾ ਕੀਤੀ। ਇੱਕ ਦਿਨ ਲੰਚ ਰੂਮ 'ਚ ਬੈਠੀ ਉਹ ਮੇਰੇ ਨਾਲ ਸੇਮ ਸੈਕਸ ਸਬੰਧਾਂ ਤੇ ਗੱਲ ਕਰ ਰਹੀ ਸੀ ਤੇ ਇਸ ਸੰਬੰਧੀ ਸਾਡੇ ਦੋਹਾਂ ਦੇ ਵਿਚਾਰ ਵੱਖਰੇ ਸਨ। ਮੈਂ ਕਿਹਾ ਇਹ ਕੁਦਰਤ ਦੇ ਨਿਯਮਾਂ ਦੀ ਉਲੰਘਣਾ ਹੈ, ਪਰ ਉਹ ਮੰਨਣ ਨੂੰ ਤਿਆਰ ਨਹੀਂ ਸੀ। ਕਹਿ ਰਹੀ ਸੀ ਮਰਦ ਮਰਦ ਨਾਲ ਤੇ ਔਰਤ ਔਰਤ ਨਾਲ ਕਿਉਂ ਨਹੀਂ ਸੰਬੰਧ ਬਣਾ ਸਕਦੇ। ਜੇ ਉਹਨੂੰ ਸਰੀਰਕ ਸੰਤੁਸ਼ਟੀ, ਆਨੰਦ, ਸੰਤੋਸ਼ ਤੇ ਵਧੀਆ ਦੋਸਤੀ ਮਿਲਦੀ ਹੈ ਤਾਂ ਇਸ ਵਿੱਚ ਗਲਤ ਕੀ ਆ। ਪਰ ਮੈਂ ਮੰਨਣ ਨੂੰ ਤਿਆਰ ਨਹੀਂ ਸੀ ਤੇ ਮੈਂ ਇਹਨੂੰ ਮਾਨਸਿਕ ਵਿਕਾਰ ਕਹਿ ਰਿਹਾ ਸਾਂ। ਉਹ ਕਹਿ ਰਹੀ ਸੀ ਇਹ ਸਰੀਰਕ ਵਿਗਾੜ ਪੈਦਾ ਕਰਨ ਵਾਲੀ ਤੇਰੀ ਕੁਦਰਤ ਹੀ ਹੈ ਤੇ ਰੱਬ ਜੇ ਅੱਧੇ ਅਧੂਰੇ ਲੋਕਾਂ ਨੂੰ ਬਣਾਉਂਦਾ ਹੀ ਕਿਉਂ ਹੈ। ਉਹ ਮੈਨੂੰ ਪੁੱਛਦੀ ਤੇ ਅੱਗੋਂ ਹੋਰ ਸਵਾਲ ਕਰ ਦਿੰਦੀ, ਧਰਮ ਕੀ ਕਹਿੰਦਾ। ਉਹਨੂੰ ਕੋਈ ਪਰਵਾਹ ਨਹੀਂ ਸੀ। ਉਹਨੂੰ ਤਾਂ ਇਸ ਗੱਲ ਦਾ ਦੁੱਖ ਸੀ ਕਿ ਲਿੰਗਕ ਵਿਤਕਰੇ ਦਾ ਸ਼ਿਕਾਰ ਲੋਕ ਕਿਵੇਂ ਸਮਾਜ ਹੱਥੋਂ ਬੇਇੱਜ਼ਤ ਹੁੰਦੇ ਨੇ, ਕਿਵੇਂ ਸੰਤਾਪ ਭੋਗਦੇ ਨੇ ਤੇ ਉਹਨਾਂ ਦੇ ਮਨ ਤੇ ਕੀ ਬੀਤਦੀ ਹੈ। ਕਈ ਵਾਰ ਤਾਂ ਇਸ ਵਿਸ਼ੇ ਤੇ ਉਹ ਭੜਕ ਵੀ ਪੈਂਦੀ। ਮੈਨੂੰ ਲੱਗਦਾ ਇਹ ਗੱਲਾਂ ਛੇੜ ਕੇ ਮੈਂ ਜਿਵੇਂ ਉਹਦੀ ਕਿਸੇ ਦੁੱਖ ਦੀ ਰਗ ਤੇ ਹੱਥ ਧਰ ਦਿੰਦਾ ਹੋਵਾਂ। ਉਹਦੇ ਅੰਦਰ ਕੁਝ ਅਜਿਹਾ ਪਿਆ ਸੀ ਜਿਹਨੂੰ ਬਾਹਰ ਕੱਢਣਾ ਬਹੁਤ ਜ਼ਰੂਰੀ ਸੀ। ਹੌਲੀ ਹੌਲੀ ਮੈਂ ਉਹਨੂੰ ਕੁਰੇਦਦਾ ਰਿਹਾ। ਸਲੀਨਾ ਦਾ ਡਟ ਕੇ ਸਮਲਿੰਗੀ ਲੋਕਾਂ ਨਾਲ ਤੇ ਸਮਲਿੰਗੀ ਵਿਆਹਾਂ ਦੇ ਹੱਕ ਵਿੱਚ ਖੜਨਾ ਮੈਨੂੰ ਹੈਰਾਨ ਕਰਦਾ। ਉਹਨੂੰ ਇਹਨਾਂ ਲੋਕਾਂ ਨਾਲ ਇੰਨੀ ਹਮਦਰਦੀ ਕਿਉਂ ਸੀ, ਮੈਨੂੰ ਸਮਝ ਨਹੀਂ ਸੀ ਪੈ ਰਹੀ। ਜਿਨ੍ਹਾਂ ਦੇ ਹੱਕਾਂ ਲਈ ਉਹ ਇਸ ਤਰ੍ਹਾਂ ਪੈਰ ਗੱਡ ਕੇ ਖੜ ਜਾਂਦੀ ਸੀ, ਅਸੀਂ ਤਾਂ ਬਚਪਨ 'ਚ ਅਜਿਹੇ ਲੋਕਾਂ ਨੂੰ ਹੀਜੜੇ ਕਹਿ ਕੇ ਮਖੌਲ ਉਡਾਉਂਦੇ। ਇਹ ਉਹੀ ਲੋਕ ਸਨ ਜੋ ਪਿੰਡਾਂ 'ਚ ਕਿਸੇ ਦੇ ਮੁੰਡਾ ਹੋਣ ਤੇ ਜਾਂ ਵਿਆਹ ਹੋਣ ਤੇ ਵਧਾਈ ਲੈਣ ਆਉਂਦੇ, ਢੋਲਕ ਤੇ ਥਾਪ ਦੇ ਕੇ ਅੱਡੀ ਮਾਰ ਮਾਰ ਨੱਚਦੇ ਤੇ ਦੇਖਣ ਨੂੰ ਔਰਤਾਂ ਲੱਗਦੀਆਂ ਪਰ ਮਰਦਾਨਾ ਆਵਾਜ਼ਾਂ। ਉਹ ਤਾੜੀ ਮਾਰ ਕੇ ਅਸ਼ਲੀਲ ਹਰਕਤਾਂ ਕਰਦੇ, ਜਿਸ ਕਰਕੇ ਮੇਰੇ ਵਰਗੇ ਜਵਾਕ ਡਰ ਕੇ ਦੌੜ ਜਾਂਦੇ। ਕੀ ਸਲੀਨਾ ਵੀ ਖੁਸਰਾ ਸੀ?
ਮੇਰੇ ਦਿਮਾਗ 'ਚ ਸਵਾਲ ਖੌਰੂ ਪਾਉਣ ਲੱਗਦਾ। ਨਹੀਂ, ਇਹ ਸਮਲਿੰਗੀ ਹੋਏਗੀ, ਇੱਕ ਹੋਰ ਮਨ ਕਹਿੰਦਾ। ਪਰ ਇੰਨੀ ਸੋਹਣੀ ਕੁੜੀ, ਇਹ ਸਾਰਾ ਕੁਝ ਕਿਵੇਂ ਹੋ ਸਕਦੇ ਆ? ਮੇਰੀ ਆਤਮਾ ਕਲਪਨਾਵਾਂ ਨੂੰ ਨਕਾਰ ਦਿੰਦੀ। ਇੱਕ ਦਿਨ ਉਹ ਕਹਿਣ ਲੱਗੀ, ਜਸ ਤੈਨੂੰ ਪਤਾ ਕਈ ਵਾਰ ਮੁੰਡੇ ਦੇ ਖੋਲ ਵਿੱਚ ਕੁੜੀ ਹੁੰਦੀ ਆ ਤੇ ਕੁੜੀ ਦੇ ਖੋਲ 'ਚ ਮੁੰਡਾ, ਜਾਣੀ 2 in 1। ਮੈਨੂੰ ਉਹਦੀ ਇਹ ਬੁਝਾਰਤ ਸਮਝ ਨਾ ਲੱਗੀ। ਮੈਂ ਇੱਕ ਮਿਆਨ 'ਚ 2 ਤਲਵਾਰਾਂ ਵਾਲੀ ਗੱਲ ਤਾਂ ਸੁਣੀ ਸੀ, ਪਰ ਇੱਕ ਚਮੜੀ ਹੇਠ 2 ਬੰਦੇ ਨਹੀਂ ਸੀ ਸੁਣੇ। ਉਹ ਮੇਰੀ ਇਸ ਨਾ ਸਮਝੀ ਤੇ ਤਾੜੀ ਮਾਰ ਕੇ ਹੱਸ ਰਹੀ ਸੀ। ਗਲਤੀਆਂ ਸਿਰਫ ਬੰਦਾ ਹੀ ਨਹੀਂ ਕਰਦਾ, ਤੇਰਾ ਰੱਬ ਵੀ ਕਰਦਾ ਹੈ। ਉਹ ਕਿਵੇਂ? ਮੈਂ ਪੁੱਛਿਆ। 3 ਲੱਤਾਂ ਵਾਲਾ ਬੱਚਾ ਬਣਾ ਕੇ, 2 ਬੱਚਿਆਂ ਦੇ ਸਿਰ ਜੋੜ ਕੇ, ਚਮੜੀ ਦੇ ਇੱਕੋ ਬੋਰੇ 'ਚ 2 ਬੰਦੇ ਪਾ ਕੇ, ਸਲੀਨਾ ਕਹਿ ਰਹੀ ਸੀ। ਮੈਂ ਤਾਂ ਇੱਕ ਸਧਾਰਨ ਪੇਂਡੂ ਮੁੰਡਾ ਸੀ ਜੋ ਜਹਾਜ਼ ਚੜ੍ਹ ਕੇ ਸਿੱਧਾ ਇਸ ਮਹਾਨਗਰੀ 'ਚ ਆ ਵਸਿਆ। ਮੈਨੂੰ ਭਲਾ ਅਜਿਹੀਆਂ ਗੂੜ ਗੱਲਾਂ ਦਾ ਕੀ ਪਤਾ ਸੀ, ਪਰ ਮੈਨੂੰ ਉਹਦੀਆਂ ਇਹ ਊਟ ਪਟਾਂਗ ਜਿਹੀਆਂ ਗੱਲਾਂ ਬਹੁਤ ਦਿਲਚਸਪ ਲੱਗਦੀਆਂ ਤੇ ਉਹਨੂੰ ਮੇਰਾ ਸਿੱਧ ਪੱਧਰਾ ਜਿਹਾ ਸੰਸਾਰ। ਅਸੀਂ ਦੋਵੇਂ ਵਧੀਆ ਦੋਸਤ ਬਣ ਗਏ। ਸਾਡੀਆਂ ਗੱਲਾਂ ਦੇ ਵਿਸ਼ੇ ਵੀ ਦਿਲਚਸਪ ਹੁੰਦੇ। ਕਈ ਲੋਕ ਸਾਡੀਆਂ ਗੱਲਾਂ ਵੀ ਬਣਾਉਂਦੇ ਕਿ ਸੁਪਰਵਾਈਜ਼ਰ ਨੇ ਨਵੀਂ ਆਈ ਕੁੜੀ ਫਸਾ ਲਈ ਹੈ, ਪਰ ਉਹ ਆਖਦੀ, ਡੋਂਟ ਵਰੀ, ਮੈਨੂੰ ਲੋਕਾਂ ਦੀ ਕੋਈ ਪਰਵਾਹ ਨਹੀਂ। ਇੱਕ ਦਿਨ ਉਹ ਆਖਣ ਲੱਗੀ, ਜਸ ਕੁਦਰਤ ਦੇ ਇਸ ਗਲਤ ਵਰਤਾਰੇ ਤੇ ਮੈਂ ਇੱਕ ਕਿਤਾਬ ਲਿਖ ਰਹੀ ਹਾਂ, ਮਿਸਟੇਕਨ ਆਇਡੈਂਟੀਟੀ, ਕਿ ਚਮੜੀ ਥੱਲੇ ਕੈਦੀ ਰੂਹ ਗਲਤ ਪਛਾਣ ਦਾ ਸੰਤਾਪ ਕਿਵੇਂ ਭੁਗਤਦੀ ਹੈ। ਕੀ ਤੂੰ ਮੇਰੀ ਇਸ ਵਿਸ਼ੇ ਤੇ ਮਦਦ ਕਰੇਗਾ? ਉਸ ਰਾਤ ਮੈਂ ਘਰ ਜਾ ਕੇ ਸੌ ਨਾ ਸਕਿਆ ਤੇ ਸੋਚਦਾ ਰਿਹਾ, ਉਸ ਕੁੜੀ ਦਾ ਤਾਂ ਦਿਮਾਗ ਖਰਾਬ ਆ। ਪਰ ਉਹਦੇ ਕਹਿਣ ਨਾਲ ਮੇਰੇ ਮਨ 'ਚ ਭੁੱਲੇ ਵਿਸਰੇ ਕਿੰਨੇ ਕਿਰਦਾਰ ਜੋ ਇਸ ਮਿਸਟੇਕਨ ਆਇਡੈਂਟੀਟੀ ਦਾ ਸ਼ਿਕਾਰ ਸਨ, ਜੀਵੰਤ ਹੋ ਗਏ। ਜੋ ਕਹਿਣ, ਹੁਣ ਮੌਕਾ ਹੈ, ਤੂੰ ਸਾਡੀ ਗੱਲ ਕਰ, ਸਾਨੂੰ ਵੀ ਇਨਸਾਫ ਦਵਾ, ਤਾਂ ਕਿ ਜੋ ਸੰਤਾਪ ਅਸੀਂ ਭੋਗਿਆ ਹੈ ਹੋਰਾਂ ਨੂੰ ਵੀ ਪਤਾ ਲੱਗੇ। ਫਿਰ ਮੈਂ ਸਲੀਨਾ ਨਾਲ ਇੱਕ ਇੱਕ ਕਰਕੇ ਇਹਨਾਂ ਕਿਰਦਾਰਾਂ ਦੀ ਗੱਲ ਕਰਨੀ ਸ਼ੁਰੂ ਕੀਤੀ। ਪਹਿਲਾ ਪਾਤਰ ਰੋਸ਼ਨ ਸਿੰਘ ਮੇਰੇ ਦਿਮਾਗ 'ਚ ਉੱਭਰਿਆ। ਚਿੱਟਾ ਲਿਬਾਸ, ਲੰਬਾ ਦਾੜਾ। ਮੇਰੇ ਬਚਪਨ ਸਮੇਂ ਉਹਦੇ ਦਾੜੇ 'ਚ ਕੋਈ ਵਾਲ ਕਾਲਾ ਸੀ। ਲਿਬਾਸ ਵੀ ਕਾਹਦਾ, ਚਿੱਟੇ ਚੋਲੇ ਹੇਠ ਗੋਡਿਆਂ ਤੱਕ ਕਛਹਿਰਾ ਜਾਂ ਟੁੰਗਿਆ ਪਜਾਮਾ ਤੇ ਪੈਰਾਂ 'ਚ ਕੈਂਚੀ ਚੱਪਲਾਂ। ਉਹ ਹੱਥ 'ਚ ਤੂਤ ਦੀ ਛਿਟੀ ਜਾਂ ਕੋਈ ਹੋਰ ਛਮਕ ਜਿਹੀ ਫੜੀ ਪਿੰਡੋਂ ਪਿੰਡ ਤੁਰਿਆ ਫਿਰਦਾ। ਇਹ ਮੇਰੇ ਨਾਲ ਦੇ ਪਿੰਡ ਤੋਂ ਸੀ। ਲੋਕਾਂ ਦੇ ਘਰੋਂ ਰੋਟੀ ਮੰਗ ਕੇ ਖਾ ਲੈਂਦਾ ਜਾਂ ਕਿਸੇ ਦੇ ਦਿੱਤੇ ਕੱਪੜੇ ਪਹਿਨ ਲੈਂਦਾ। ਪਿੱਠ ਪਿੱਛੇ ਲੋਕ ਉਹਨੂੰ ਜਨਾਨੜਾ ਜਾਂ ਖੁਸਰਾ ਕਹਿੰਦੇ ਸੀ। ਇਹ ਮੇਰੇ ਪਿੰਡ ਵੀ ਅਕਸਰ ਹੀ ਗੱਲਾਂ ਮਾਰਨ ਆਵੜਦਾ। ਉੱਪਰੋਂ ਮਰਦ, ਹੇਠੋਂ ਔਰਤ। ਸਲੀਨਾ ਪੁੱਛਦੀ, ਉਹ ਕਿਵੇਂ? ਮੈਂ ਦੱਸਣਾ ਜਾਰੀ ਰੱਖਦਾ। ਰੋਸ਼ਨ ਨੇ ਪੋਨੀ ਟੇਲ ਕੀਤੀ ਹੁੰਦੀ ਜਾਂ ਸਿਰ ਤੇ ਦੁਪੱਟਾ ਲੈ ਕੇ ਰੱਖਦਾ। ਸਾਡੇ ਪਿੰਡ ਦੇ ਮਰਦ ਉਹਨੂੰ ਰੋਸ਼ਨ ਸਿਆਂ ਕਹਿ ਕੇ ਬੁਲਾਉਂਦੇ ਤੇ ਔਰਤਾਂ ਆ ਭੈਣੇ ਰੋਸ਼ਨੀ ਕਹਿੰਦੀਆਂ। ਉਹ ਵੀ ਝੱਟ ਆਪਣਾ ਕਿਰਦਾਰ ਬਦਲ ਲੈਂਦਾ। ਮੈਂ ਵੀ ਤਾਂ ਇਹਨੂੰ 2 in 1 ਕਹਿ ਦਿੰਦਾ ਸੀ, ਜੋ ਮਰਦਾਂ ਨਾਲ ਮਰਦ ਤੇ ਔਰਤਾਂ ਨਾਲ ਔਰਤ ਬਣ ਕੇ ਗੱਲ ਕਰਦਾ। ਉਸ ਕੋਲ ਸਾਰੇ ਪਿੰਡ ਦੇ ਭੇਤ ਹੁੰਦੇ, ਜਿਵੇਂ ਕਿਹੜੀ ਔਰਤ ਕਿਸ ਮਰਦ ਨਾਲ ਰਹਿੰਦੀ ਆ, ਕਿਹਦੇ ਕੋਲ ਰਾਤ ਬਰਾਤੇ ਕੌਣ ਆਉਂਦਾ, ਕਿਹੜੇ ਮੁੰਡੇ ਦਾ ਅਸਲ ਬਾਪ ਕੌਣ ਹੈ ਤੇ ਕਿਹਦੀ ਕੁੜੀ ਕਿਹਦੇ ਨਾਲ ਫਸੀ ਹੋਈ ਹੈ। ਉਹਨੂੰ ਕਈ ਪਿੰਡਾਂ ਦੀ ਪੂਰੀ ਜਾਣਕਾਰੀ ਸੀ। ਹੋਰ ਤਾਂ ਹੋਰ, ਉਹ ਔਰਤਾਂ ਦੇ ਗੁਪਤ ਰੋਗਾਂ ਦਾ ਵੀ ਮਾਹਰ ਸੀ। ਔਰਤਾਂ ਉਸ ਕੋਲੋਂ ਸਲਾਹ ਲੈਂਦੀਆਂ, ਦੇਸੀ ਨੁਸਖੇ ਪੁੱਛਦੀਆਂ ਤੇ ਪਿੰਡ ਦੀਆਂ ਗੁਪਤ ਸੂਚਨਾਵਾਂ ਲੈਂਦੀਆਂ। ਕਈ ਨੇ ਤਾਂ ਉਹਦਾ ਨਾਂ ਹੀ CID ਰੱਖਿਆ ਹੋਇਆ ਸੀ। ਖੁੰਡਾਂ 'ਚ, ਰਸਤਿਆਂ 'ਚ ਬੈਠੇ ਲੋਕ ਉਹਦੀਆਂ ਗੱਲਾਂ ਦਾ ਸਵਾਦ ਲੈਂਦੇ। ਔਰਤਾਂ ਉਹਨੂੰ ਉਡੀਕਦੀਆਂ ਰਹਿੰਦੀਆਂ। ਕਈ ਔਰਤਾਂ ਤਾਂ ਉਸ ਕੋਲੋਂ ਮਾਲਿਸ਼ ਕਰਵਾਉਂਦੀਆਂ ਜਾਂ ਢਿੱਡ ਵੀ ਮਲਵਾਉਂਦੀਆਂ। ਸਲੀਨਾ ਮੇਰੀਆਂ ਸਭ ਗੱਲਾਂ ਦੇ ਨੋਟ ਲੈਂਦੀ ਰਹਿੰਦੀ। ਕਦੇ ਮੈਨੂੰ ਵਿੱਚੋਂ ਟੋਕ ਕੇ ਉਹ ਵੇਟ ਕਹਿੰਦੀ ਤੇ ਗੱਲ ਦੁਹਰਾਉਣ ਲਈ ਆਖਦੀ। ਕਦੇ ਕਦੇ ਉਹ ਮੈਨੂੰ ਪੁੱਛਦੀ, ਤੈਨੂੰ ਯਾਦ ਹੈ ਉਹ ਪਰਸਨ ਵੱਖੋ ਵੱਖਰੇ ਜੈਂਡਰਾਂ 'ਚ ਕਿਵੇਂ ਵਿਚਰਦਾ ਸੀ? ਮੈਂ ਦੱਸਦਾ, ਜਦੋਂ ਮਰਦਾਂ 'ਚ ਬੈਠਦਾ ਤਾਂ ਆਪਣੇ ਆਪ ਨੂੰ ਮਰਦ ਸਮਝਦਾ, ਮਰਦਾਂ ਵਾਲੀਆਂ ਗਾਲਾਂ ਵੀ ਕੱਢਦਾ ਤੇ ਆਪਣੇ ਆਪ ਨੂੰ ਰੋਸ਼ਨ ਸਿੰਘ ਦੱਸਦਾ। ਪਰ ਜਦੋਂ ਔਰਤਾਂ 'ਚ ਬੈਠਾ ਹੁੰਦਾ ਤਾਂ ਆਪਣੇ ਆਪ ਨੂੰ ਰੋਸ਼ਨ ਬੀਬੀ ਅਖਵਾਉਂਦਾ ਤੇ ਔਰਤਾਂ ਵਾਂਗ ਗਾਲਾਂ ਕੱਢ ਰਿਹਾ ਹੁੰਦਾ। ਸਲੀਨਾ ਉਹੀ ਗਾਲਾਂ, ਉਹਨਾਂ ਗਾਲਾਂ ਦੇ ਮਤਲਬ ਵੀ ਪੁੱਛਦੀ ਤੇ ਇੱਕ ਡਾਇਰੀ 'ਚ ਨੋਟ ਕਰੀ ਜਾਂਦੀ। ਮੈਂ ਦੱਸਦਾ, ਸਲੀਨਾ ਉਦੋਂ ਸਾਡੇ ਪਿੰਡ 'ਚ ਛੜੇ ਵੀ ਬਹੁਤ ਹੁੰਦੇ ਸਨ। ਉਹ ਹੱਸ ਕੇ ਕਹਿੰਦੀ, ਵਾਟ ਮੀਨਸ ਛੜੇ? ਸਿੰਗਲ ਮੈਨ, ਮੈਂ ਕਹਿੰਦਾ। ਫਿਰ ਉੱਚੀ ਉੱਚੀ ਹੱਸਦੀ। ਮੈਂ ਗੱਲ ਅੱਗੇ ਤੋਰਦਾ। ਸਾਡੇ ਉਦੋਂ ਛੜਾ ਰਹਿ ਜਾਣਾ ਨਮੋਸ਼ੀ ਦਾ ਸਬੱਬ ਸੀ। ਲੋਕ ਛੜਿਆਂ ਨੂੰ ਚੰਗਾ ਨਾ ਸਮਝਦੇ।
ਔਰਤਾਂ ਅਜਿਹੇ ਮਰਦਾਂ ਤੋਂ ਅਸੁਰੱਖਿਅਤ ਮਹਿਸੂਸ ਕਰਦੀਆਂ। ਪੰਜਾਬੀ ਦੇ ਸੈਂਕੜੇ ਗੀਤ ਇਹਨਾਂ ਛੜਿਆਂ ਦੀ ਤਰਜਮਾਨੀ ਕਰਦੇ ਨੇ, ਪਰ ਇਹ ਸਾਡੇ ਸਮਾਜ ਦਾ ਇੱਕ ਹਿੱਸਾ ਸਨ, ਜਿਵੇਂ ਹੁਣ ਇਸ ਸਮਾਜ ਦਾ ਹਿੱਸਾ ਸਮਲਿੰਗੀ ਬਣਦੇ ਜਾ ਰਹੇ ਨੇ। ਸਲੀਨਾ ਕਹਿੰਦੀ, ਮੈਂ ਤੁਹਾਡੇ ਪੰਜਾਬੀ ਸਮਾਜ ਬਾਰੇ ਬਹੁਤ ਕੁਝ ਸਿੱਖਦੀ ਰਹਿੰਦੀ ਹਾਂ। ਇੱਕ ਦਿਨ ਤੂੰ ਮੈਨੂੰ ਪੂਰੀ ਪੰਜਾਬਣ ਬਣਾ ਕੇ ਛੱਡੇਗਾ। ਤੇ ਉਹ ਅਗਲਾ ਸਵਾਲ ਪੁੱਛ ਲੈਂਦੀ, ਕਿ ਔਰਤਾਂ ਨੂੰ ਵੀ ਛੜੇ ਹੁੰਦੀਆਂ ਨੇ? ਮੇਰਾ ਮਤਲਬ ਸਿੰਗਲ। ਮੈਨੂੰ ਇਹ ਬਿਆਨ ਕਰਨਾ ਮੁਸ਼ਕਿਲ ਹੋ ਗਿਆ ਸੀ। ਮੈਂ ਕਿਹਾ, ਸਾਡੇ ਤਾਂ ਔਰਤਾਂ ਦੇ ਸਿੰਗਲ ਰਹਿਣ ਦਾ ਕੋਈ ਮੌਕਾ ਹੀ ਨਹੀਂ। ਉਹ ਰੰਡੀਆਂ ਚੁੱਟੜਾਂ ਤਾਂ ਹੋ ਸਕਦੀਆਂ, ਪਰ ਛੜੀਆਂ ਨਹੀਂ। ਵਿਆਹਣੋਂ ਸਿਰਫ ਉਹੀ ਔਰਤਾਂ ਰਹਿੰਦੀਆਂ ਜਿਨ੍ਹਾਂ 'ਚ ਬਹੁਤ ਵੱਡੇ ਸਰੀਰਕ ਕੱਜ ਹੋਣ, ਜਿਵੇਂ ਖੁਸਰੇ। ਅਜਿਹੀਆਂ ਔਰਤਾਂ ਨਾਲ ਵਿਆਹ ਕੌਣ ਕਰਦਾ? ਅਜਿਹੀ ਲੜਕੀ ਨੂੰ ਹੀ ਜਿਹੜੇ ਆਪਣੇ ਨਾਲ ਲੈ ਜਾਂਦੇ ਆ, ਤੇ ਮਾਪੇ ਵੀ ਅਜਿਹਾ ਕਰਨ 'ਚ ਹੀ ਭਲਾ ਸਮਝਦੇ ਆ। ਉਹ ਕਹਿੰਦੀ, ਇਹ ਤਾਂ ਬਹੁਤ ਵੱਡਾ ਜ਼ੁਲਮ ਹੈ। ਸਲੀਨਾ ਇਹ ਤੀਸਰੇ ਲਿੰਗ ਬਾਰੇ ਹੋਰ ਜਾਣਨਾ ਚਾਹੁੰਦੀ ਤਾਂ ਮੈਂ ਅੱਗੋਂ ਦੱਸਦਾ ਕਿ ਇਹ ਲੋਕ ਗੁੱਟ ਬਣਾ ਕੇ ਰਹਿੰਦੇ ਹਨ। ਪਿੰਡਾਂ 'ਚ ਕਿਸੇ ਦੇ ਮੁੰਡਾ ਜੰਮੇ ਜਾਂ ਵਿਆਹ ਸ਼ਾਦੀ ਹੋਵੇ ਤਾਂ ਵਧਾਈਆਂ ਲੈਣ ਆ ਜਾਂਦੇ ਆ। ਇਹ ਹੀ ਇਹਨਾਂ ਦੀ ਆਮਦਨ ਦਾ ਸਾਧਨ ਹੈ, ਜਿਸ ਨਾਲ ਇਹ ਢਿੱਡ ਭਰਦੇ ਨੇ। ਢੋਲਕ ਦੀ ਥਾਪ ਤੇ ਅੱਡੀ ਮਾਰ ਮਾਰ ਨੱਚਦੇ ਨੇ, ਗੀਤ ਗਾਉਂਦੇ ਨੇ, ਨਵ ਜਨਮੇ ਨੂੰ ਗੋਦੀ ਚੁੱਕ ਚੁੱਕ ਲੋਰੀਆਂ ਤੇ ਵਧਾਈਆਂ ਦਿੰਦੇ ਨੇ। ਇਹੀ ਇਹਨਾਂ ਦੀ ਜੌਬ ਹੁੰਦੀ ਹੈ, ਜਿਸ ਤੋਂ ਇਹ ਰੋਟੀ ਕੱਪੜਾ ਜਾਂ ਖਰਚਾ ਤੋਰਦੇ ਨੇ। ਇਹਨਾਂ ਦਾ ਆਗੂ ਆਪਣੇ ਆਪ ਨੂੰ ਮਹੰਤ ਕਹਾਉਂਦਾ ਹੈ। ਸਲੀਨਾ ਬੋਲੀ, ਜਸ, ਕੀ ਤੇਰੇ ਜਨਮ ਵੇਲੇ ਵੀ ਖੁਸਰੇ ਨੱਚੇ ਸੀ? ਹਾਂ ਸਲੀਨਾ, ਮੇਰੀ ਦਾਦੀ ਨੂੰ ਬੜਾ ਚਾਅ ਸੀ ਕਿ ਉਹਦੇ ਘਰ ਪੋਤਰਾ ਹੋਵੇ ਤੇ ਉਹ ਖੁਸਰੇ ਨਚਾਵੇ, ਤੇ ਫਿਰ ਇਸੇ ਤਰ੍ਹਾਂ ਹੀ ਹੋਇਆ ਸੀ। ਮੈਂ ਹੋਰ ਦੱਸਦਾ, ਜਦੋਂ ਕੋਈ ਆਪਣੀ ਸਰੀਰਕ ਭੁੱਖ ਨੂੰ ਪੂਰੀ ਕਰਨ ਦੇ ਅਸਮਰਥ ਹੋਵੇ ਤਾਂ ਕੁਦਰਤੀ ਸੰਤੁਸ਼ਟੀ ਦੀ ਦਿਸ਼ਾ ਬਦਲ ਜਾਂਦੀ ਹੈ। ਇਹ ਲੋਕ ਵੀ ਆਪਣੀ ਜਗਿਆਸਾ ਸਪਰਸ਼ ਨਾਲ ਪੂਰੀ ਕਰਦੇ ਨੇ, ਬੱਚਿਆਂ ਦੇ ਗੁਪਤ ਅੰਗਾਂ ਨੂੰ ਛੇੜ ਕੇ ਜਾਂ ਗੰਦੀਆਂ ਗੱਲਾਂ ਕਰਕੇ। ਪਰ ਇਹਨਾਂ ਦਾ ਕੋਈ ਗੁੱਸਾ ਨਹੀਂ ਕਰਦਾ। ਲੋਕ ਸਮਝਦੇ ਨੇ ਕਿ ਇਹ ਤਾਂ ਪਹਿਲਾਂ ਹੀ ਰੱਬ ਦੇ ਮਾਰੇ ਹੋਏ ਨੇ, ਪਰ ਇਹਨਾਂ ਦੇ ਧੁਰ ਅੰਦਰਲੇ ਦਰਦ ਨੂੰ ਕੋਈ ਨਹੀਂ ਸਮਝਦਾ। ਫਿਰ ਰੌਸ਼ਨੀ ਖੁਸਰਿਆਂ ਦੇ ਜਾਲ ਤੋਂ ਕਿਵੇਂ ਬਚ ਗਈ? ਸਲੀਨਾ ਨੇ ਪੁੱਛਿਆ। 1947 'ਚ ਜਦੋਂ ਵੰਡ ਹੋਈ ਸੀ, ਉਦੋਂ ਇੱਕ ਬੱਚਾ ਕਿਸੇ ਨੂੰ ਉਹਦੀ ਮਰੀ ਹੋਈ ਮਾਂ ਦਾ ਦੁੱਧ ਚੁੰਘਦਾ ਮਿਲਿਆ ਸੀ। ਕੋਈ ਤਰਸ ਕਰਕੇ ਚੁੱਕ ਲਿਆਇਆ ਸੀ। ਵੱਡਾ ਹੋਣ ਤੇ ਪਤਾ ਲੱਗਿਆ ਕਿ ਇਹ ਤਾਂ ਖੁਸਰਾ ਹੈ। ਉਹਨਾਂ ਨੇ ਕਿਸੇ ਡੇਰੇ ਤੇ ਚੜਾ ਦਿੱਤਾ। ਇੱਥੇ ਹੀ ਸੇਵਾ ਕਰਦਿਆਂ ਰੌਸ਼ਨ ਨੇ ਕੁੜਤਾ ਕਛਹਿਰਾ ਪਹਿਨਣਾ ਸ਼ੁਰੂ ਕੀਤਾ। ਉਹਦੇ ਮਰਦਾਂ ਵਾਂਗ ਦਾੜੀ ਵੀ ਆ ਗਈ। ਫਿਰ ਇਸੇ ਦਾੜੀ ਨੂੰ ਉਹਨੇ ਢਾਲ ਬਣਾ ਲਿਆ ਸੀ। ਉਹਦੀਆਂ ਔਰਤਾਂ ਵਰਗੀਆਂ ਹਰਕਤਾਂ, ਤੋਰ ਤੇ ਗੱਲਾਂ ਕਰਕੇ ਲੋਕ ਉਹਨੂੰ ਖਾਮਖਾਹ ਤੰਗ ਕਰਦੇ ਰਹਿੰਦੇ ਸੀ। ਜਦੋਂ ਡੇਰੇ ਵਾਲੇ ਬਾਬੇ ਨੇ ਉਸ ਵਿੱਚੋਂ ਔਰਤ ਦੀ ਭੁੱਖ ਪੂਰੀ ਕਰਨ ਲਈ ਜ਼ਬਰਦਸਤੀ ਕਰਨੀ ਚਾਹੀ ਤਾਂ ਇਹ ਰੌਸ਼ਨ ਡੇਰਾ ਛੱਡ ਕੇ ਦੌੜ ਆਇਆ ਸੀ। ਸਾਡੇ ਨਾਲ ਦੇ ਪਿੰਡ ਆ ਕੇ ਮਿਹਨਤ ਮਜ਼ਦੂਰੀ ਕਰਨ ਲੱਗਿਆ। ਹੌਲੀ ਹੌਲੀ ਲੋਕਾਂ ਨੂੰ ਉਹਦੀ ਅਸਲੀਅਤ ਵੀ ਪਤਾ ਲੱਗਣ ਲੱਗੀ। ਜਦ ਨੂੰ ਤਾਂ ਇਹ ਪਕਰੌੜ ਹੋ ਚੁੱਕਾ ਸੀ। ਕਿਸੇ ਮਹੰਤ ਬਾਬੇ ਨੇ ਭਲਾ ਦਾੜੀ ਵਾਲੇ ਖੁਸਰੇ ਤੋਂ ਕੀ ਕਰਾਉਣਾ ਸੀ? ਉਹ ਮੇਰੀਆਂ ਗੱਲਾਂ ਸੁਣ ਸੁਣ ਕੇ ਹੈਰਾਨ ਹੋ ਜਾਂਦੀ। ਜਸ ਜਦੋਂ ਮਾਪਿਆਂ ਨੂੰ ਪਤਾ ਲੱਗਦਾ ਕਿ ਉਹਨਾਂ ਦੇ ਘਰ ਜੰਮਿਆ ਬੱਚਾ ਨਾ ਮਰਦ ਹੈ ਨਾ ਔਰਤ, ਤਾਂ ਉਹਨਾਂ ਤੇ ਕੀ ਬੀਤਦੀ ਹੋਊ। ਅਜਿਹਾ ਬੱਚਾ ਕਿਹੜਾ ਵਾਸ਼ਰੂਮ ਵਰਤੇਗਾ? ਆਮ ਲੋਕਾਂ ਲਈ ਤਾਂ ਇਹ ਸ਼ੁਗਲ ਦੀਆਂ ਗੱਲਾਂ ਨੇ, ਪਰ ਉਹ ਇਨਸਾਨ ਕਿੰਨੀ ਵਾਰੀ ਮਰਦਾ ਹੋ ਕਿ ਉਹ ਜੈਂਡਰ ਡਿਸਕ੍ਰਿਮੀਨੇਸ਼ਨ ਨਹੀਂ। ਇਹ ਕਹਿੰਦਿਆਂ ਉਹਦਾ ਰੋਣ ਨਿਕਲ ਗਿਆ ਸੀ। ਮੇਰੀ ਅੱਖਾਂ ਅੱਗੇ ਰੌਸ਼ਨ ਫੇਰ ਆ ਖੜਿਆ, ਜੋ ਮੇਰੀ ਮਾਂ ਨਾਲ ਆਪਣੀ ਮਰੀ ਮਾਂ ਦੀਆਂ ਗੱਲਾਂ ਕਰਕੇ ਮੈਂ ਕਈ ਵਾਰ ਰੋਂਦਾ ਦੇਖਿਆ ਸੀ। ਜੋਗਿੰਦਰ ਕੁਰੇ, ਮਾੜੀ ਕਿਸਮਤ ਮੇਰੀ, ਜਿਹਨੂੰ ਮਾਂ ਜੰਮ ਕੇ ਤੁਰ ਗਈ। ਮੈਂ ਵੀ ਹੱਲਿਆਂ ਵੇਲੇ ਹੀ ਮੁੱਕ ਜਾਂਦੀ। ਮੈਂ ਜੀ ਕੇ ਕੀ ਕਰਨਾ ਸੀ? ਫਿਰ ਉਹ ਕਈ ਭਾਈਆਂ, ਡੇਰੇਦਾਰਾਂ ਤੇ ਮੋਹਤਬਰਾਂ ਨੂੰ ਗਾਲਾਂ ਕੱਢਦੀ, ਜਿਨ੍ਹਾਂ ਦੇ ਉਹ ਅੰਦਰੂਨੀ ਭੇਤ ਜਾਣਦੀ ਸੀ। ਲੋਕਾਂ ਨੇ ਤਾਂ ਉਹਨਾਂ ਨੂੰ ਵੀ ਨਹੀਂ ਸੀ ਬਖਸ਼ਿਆ। ਮੈਂ ਸੋਚਦਾ, ਰੌਸ਼ਨ ਇੱਕ ਇਨਸਾਨ ਤਾਂ ਸੀ। ਬੰਦਾ ਕਿੰਨਾ ਗਿਆ ਗੁਜ਼ਰਿਆ ਹੈ ਕਿ ਉਸ ਇੱਕ ਇਨਸਾਨ ਨੂੰ ਵੀ ਨਹੀਂ ਸਮਝ ਸਕਦਾ। ਪਹਿਲਾਂ ਉਹਦਾ ਲਿੰਗ, ਫਿਰ ਧਰਮ, ਫਿਰ ਜਾਤ ਦੇਖਦਾ ਹੈ, ਪਰ ਇਨਸਾਨੀਅਤ ਕਿੱਥੇ ਹੈ? ਸਲੀਨਾ ਮੇਰੀਆਂ ਇਹਨਾਂ ਗੱਲਾਂ ਨਾਲ ਸਹਿਮਤ ਸੀ। ਰੌਸ਼ਨ ਨੇ ਨਾ ਕਦੇ ਚੱਜ ਨਾਲ ਖਾਧਾ ਹੰਡਾਇਆ, ਨਾ ਪਰਿਵਾਰਕ ਸੁੱਖ ਮਾਣਿਆ ਤੇ ਨਾ ਜਿਸਮਾਨੀ ਸੁੱਖ। ਸਾਡੇ ਕੋਲ ਇਹਨਾਂ ਪੀੜਤਾਂ ਦੇ ਵਸੇਬੇ ਲਈ ਕੋਈ ਵੀ ਆਸਰਾ ਜਾਂ ਹਮਦਰਦੀ ਭਰੇ ਬੋਲ ਨਹੀਂ। ਸਰਕਾਰੀ ਨੌਕਰੀਆਂ ਲਈ ਵੀ ਇਸ ਤੀਸਰੇ ਲਿੰਗ 'ਚ ਕੋਈ ਖਾਨਾ ਹੀ ਨਹੀਂ। ਕਿ ਇਹ ਧੱਕੇਸ਼ਾਹੀ ਨਹੀਂ ਤਾਂ ਹੋਰ ਕੀ ਹੈ? ਸਲੀਨਾ ਤਾਂ ਸਮਲਿੰਗੀਆਂ ਨੂੰ ਵੀ ਪਹਿਲਾਂ ਇਨਸਾਨ ਸਮਝ ਕੇ ਕਿਸੇ ਹਮਦਰਦੀ ਨਾਲ ਦੇਖਦੀ। ਇੱਥੇ ਹੀ ਸਾਡਾ ਵਖਰੇਵਾਂ ਸੀ। ਉਹ ਇਹਨੂੰ ਹਾਰਮੋਨਸ ਦਾ ਵਿਗਾੜ ਦੱਸਦੀ ਤੇ ਉਹਨਾਂ ਨੂੰ ਬੇਕਸੂਰ ਜੇ ਮੁੜ ਇਸ ਰਸਤੇ ਤੇ ਪੈ ਜਾਂਦੇ ਆਪਣੇ ਜਿਸਮ ਦੀ ਭੁੱਖ ਮਿਟਾਉਣ ਲਈ ਉਹ ਆਪਣੇ ਵਰਗਾ ਹੀ ਕੋਈ ਹੋਰ ਭਾਲ ਲੈਂਦੇ।
ਜਿਸ ਕੋਲ ਉਹਨਾਂ ਨੂੰ ਘਟੀਆਪਣ ਦਾ ਅਹਿਸਾਸ ਨਾ ਹੋਵੇ। ਸਲੀਨਾ ਲਈ ਕਾਮ ਇੱਕ ਕੁਦਰਤੀ ਵਰਤਾਰਾ ਸੀ, ਜੋ ਪਸ਼ੂ ਪੰਛੀਆਂ, ਵੇਲਾਂ ਬੂਟਿਆਂ ਵਿੱਚ ਵੀ ਤਾਂ ਹੁੰਦਾ ਹੈ। ਉਹ ਕਹਿੰਦੀ, ਦੇਖ, ਬਨਸਪਤੀ ਲਈ ਸਾਰਾ ਕੁਝ ਕਿੰਨਾ ਸਹਿਜ ਹੈ। ਕੋਈ ਕਿਸ ਦਾ ਪਰਾਗ ਲੈਂਦਾ ਹੈ, ਕੁਦਰਤ ਨੂੰ ਕੋਈ ਇਤਰਾਜ਼ ਨਹੀਂ। ਮਨੁੱਖ ਵੀ ਤਾਂ ਇੱਕ ਕੁਦਰਤੀ ਜੀਵ ਹੈ। ਇਹ ਭੋਗ ਦੀ ਇੱਛਾ ਤੇ ਮਰਜ਼ੀ ਲਈ ਹੱਕ ਕਿਉਂ ਨਹੀਂ ਰੱਖ ਸਕਦਾ? ਮੈਂ ਨਿਰੁੱਤਰ ਹੋ ਜਾਂਦਾ, ਪਰ ਮੇਰੇ ਲਈ ਰਵਾਇਤਾਂ ਤੋੜ ਕੇ ਇਸ ਨਵੀਂ ਵਗ ਰਹੀ ਹਨੇਰੀ ਨਾਲ ਉੱਡਣਾ ਬਹੁਤ ਮੁਸ਼ਕਲ ਸੀ। ਹੌਲੀ ਹੌਲੀ ਸਮਲਿੰਗੀਆਂ ਪ੍ਰਤੀ ਮੇਰੀ ਸੋਚ ਬਦਲਣ ਲੱਗੀ। ਮੈਨੂੰ ਵੀ ਇਸ ਔਲਾਰ ਸੈਕਸ ਦਾ ਕਾਰਨ ਹਾਰਮੋਨਸ ਦਾ ਵਿਗਾੜ ਲੱਗਣ ਲੱਗ ਪਿਆ। ਸਲੀਨਾ ਮੇਰੀ ਇਸ ਹਮਦਰਦੀ ਭਰੀ ਸੋਚ ਨਾਲ ਚਹਿਕ ਉੱਠੀ ਤੇ ਬਿਆਨ ਕਰਨ ਲੱਗੀ, ਤਨ ਮਰਦ ਦਾ ਤੇ ਮਨ ਔਰਤ ਦਾ, ਗਲਤ ਬਾਕਸ ਵਿੱਚ ਗਲਤ ਸਮਾਨ। ਰੱਬ ਦੀ ਗਲਤੀ, ਪਰ ਭੁਗਤੇ ਬੰਦਾ। ਦੱਸ ਉਹਦਾ ਕੀ ਕਸੂਰ ਹੈ? ਉਹਨੂੰ ਵੀ ਬਰਾਬਰ ਦੇ ਹੱਕ ਮਿਲਣੇ ਚਾਹੀਦੇ ਨੇ। ਜੇ ਇਹ ਨਿੱਕੀ ਜਿਹੀ ਖੁਸ਼ੀ ਲਈ ਇਕੱਠੇ ਰਹਿ ਵੀ ਪੈਣ ਜਾਂ ਵਿਆਹ ਕਰਵਾ ਲੈਣ ਤਾਂ ਕਿਹੜਾ ਪਰਲੋ ਆ ਜਾਏਗੀ? ਜੇ ਗਲਤ ਸੀ ਤਾਂ ਰੱਬ ਨੇ ਮਨੁੱਖ ਵਿੱਚ ਕਾਮ ਦੀ ਇੱਛਾ ਭਰੀ ਹੀ ਕਿਉਂ? ਸਲੀਨਾ ਲਗਾਤਾਰ ਬੋਲੀ ਜਾ ਰਹੀ ਸੀ। ਕੈਨੇਡੀਅਨ ਪਾਰਲੀਮੈਂਟ 'ਚ ਚਾਰਟਰ ਆਫ ਰਾਈਟ ਅਨੁਸਾਰ ਸਮਲਿੰਗੀ ਵਿਆਹਾਂ ਵਾਲਾ ਕਾਨੂੰਨ ਪਾਸ ਹੋ ਚੁੱਕਾ ਸੀ। ਹੁਣ ਅਮਰੀਕਾ ਨੂੰ ਵੀ ਇਹ ਕਰਨਾ ਪੈ ਰਿਹਾ ਸੀ। ਦੁਨੀਆ ਭਰ ਦੇ ਸਮਲਿੰਗੀ ਇਹਨੂੰ ਆਪਣੀ ਵੱਡੀ ਜਿੱਤ ਸਮਝ ਰਹੇ ਸਨ। ਟੋਰਾਂਟੋ 'ਚ ਹੋਣ ਵਾਲੀ ਪ੍ਰਾਈਡ ਪਰੇਡ ਤੇ ਕਈ ਲੱਖ ਲੋਕਾਂ ਦਾ ਇਕੱਠ ਹੋਣ ਦੀ ਉਮੀਦ ਸੀ। ਸਿਆਸੀ ਪਾਰਟੀਆਂ ਲਈ ਇੱਕ ਨਵਾਂ ਵੋਟ ਬੈਂਕ ਸਥਾਪਿਤ ਹੋ ਚੁੱਕਾ ਸੀ, ਜਿਸ ਕਰਕੇ ਤਿੰਨੇ ਮੁੱਖ ਸਿਆਸੀ ਪਾਰਟੀਆਂ ਦੇ ਲੀਡਰ ਪਰੇਡ 'ਚ ਸ਼ਾਮਲ ਹੋ ਰਹੇ ਸਨ। ਹਰ ਇੱਕ ਪਾਰਟੀ ਇਸ ਵੋਟ ਸ਼ਕਤੀ ਨੂੰ ਵਰਤਣਾ ਚਾਹੁੰਦੀ ਸੀ। ਓਨਟਾਰੀਓ ਸੂਬੇ ਦੀ ਮੇਅਰ ਤਾਂ ਆਪਣੇ ਸਮਲਿੰਗੀ ਹੋਣ ਤੇ ਮਾਣ ਵੀ ਕਰਦੀ, ਤੇ ਉਹ ਵੀ ਇਸ ਪਰੇਡ ਤੇ ਆਪਣੇ ਪਾਰਟਨਰ ਨਾਲ ਪਹੁੰਚ ਗਈ। ਇਸ ਵਾਰ ਤਾਂ ਟੋਰਾਂਟੋ ਦਾ ਮੇਅਰ ਵੀ ਇਹਦਾ ਹਿੱਸਾ ਬਣ ਰਿਹਾ ਸੀ। ਦੁਨੀਆ ਬਦਲ ਗਈ ਸੀ ਜਾਂ ਬਦਲ ਦਿੱਤੀ ਗਈ ਸੀ। ਇੱਕ ਨਵੀਂ ਕਿਸਮ ਦੀ ਮੰਡੀ ਖੁੱਲ ਰਹੀ ਸੀ। ਸਮਲਿੰਗੀਆਂ ਲਈ ਕੱਪੜੇ ਦੇ ਫੈਸ਼ਨ ਦਾ ਸਮਾਨ ਆ ਰਿਹਾ ਸੀ। ਨਵੇਂ ਸਟੋਰ ਖੁੱਲ ਰਹੇ ਸਨ। ਸ਼ਹਿਰਾਂ 'ਚ ਮਰਦ ਲਿਪਸਟਿਕਾਂ ਲਾਈ, ਭਰਵੱਟੇ ਤਿੱਖੇ ਕਰਵਾਈ ਤੇ ਗੱਲਾਂ ਤੋਂ ਗੁਲਾਲੀ ਲਾਈ ਤੁਰੇ ਫਿਰਦੇ। ਬਿਊਟੀ ਪਾਰਲਰਾਂ ਤੇ ਗੇ ਮਰਦਾਂ ਦੀ ਭੀੜ ਜੁੜਨ ਲੱਗੀ। ਹੋਰ ਤਾਂ ਹੋਰ ਸਕੂਲਾਂ 'ਚ ਵੀ ਸੈਕਸ ਐਜੂਕੇਸ਼ਨ ਅਧੀਨ ਗੇ ਲੈਸਬੀਅਨ ਸੰਬੰਧਾਂ ਬਾਰੇ ਸਿਲੇਬਸ ਪੜ੍ਹਾਇਆ ਜਾਣ ਲੱਗ ਪਿਆ ਅਤੇ ਅਧਿਆਪਕ ਬੱਚਿਆਂ ਨੂੰ ਦੱਸ ਰਹੇ ਸਨ ਕਿ ਸਮਲਿੰਗੀ ਹੋਣਾ ਕੋਈ ਸ਼ਰਮ ਵਾਲੀ ਗੱਲ ਨਹੀਂ ਹੈ। ਸਲੀਨਾ ਵੀ ਤਾਂ ਇਸ ਸਮਾਜ ਦੀ ਹੀ ਪੈਦਾਇਸ਼ ਸੀ। ਉਹ ਫਿਰ ਵੀ ਆਪਣੇ ਪੱਤੇ ਖੋਲਣ ਲਈ ਤਿਆਰ ਨਹੀਂ ਸੀ ਕਿ ਅਸਲ 'ਚ ਉਹ ਕੀ ਹੈ। ਮੈਂ ਵੀ ਕੁਰੇਦਣਾ ਜਾਰੀ ਰੱਖਿਆ। ਅੰਤ ਨੂੰ ਕਾਮਯਾਬ ਹੋ ਹੀ ਗਿਆ। ਉਹਨੇ ਮੇਰੇ ਪੁੱਛਣ ਤੇ ਦੱਸਿਆ ਕਿ ਉਹ 4 ਸਾਲ ਪਹਿਲਾਂ ਕੈਨੇਡਾ ਆਈ ਸੀ। ਮੈਂ ਪੁੱਛਿਆ, ਹੁਣ ਕਿੱਥੇ ਰਹਿੰਦੀ ਹੈ? ਟੋਰਾਂਟੋ ਡਾਊਨਟਾਊਨ। ਤੇਰਾ ਪਰਿਵਾਰ ਤੇ ਹੋਰ ਕੋਈ? ਕੋਈ ਨਹੀਂ, ਮੈਂ ਇਕੱਲੀ ਹਾਂ ਤੇ ਪੇਇੰਗ ਗੈਸਟ ਦੇ ਤੌਰ ਤੇ ਕਮਰਾ ਲੈ ਕੇ ਰਹਿੰਦੀ ਹਾਂ। ਜਿੰਨੀ ਕੁ ਗੱਲ ਮੈਂ ਪੁੱਛ ਲੈਂਦਾ ਉਨੀ ਕੁ ਦਾ ਉੱਤਰ ਦੇ ਦਿੰਦੀ। ਮੈਂ ਇਹ ਵੀ ਡਰਦਾ ਰਹਿੰਦਾ ਕਿ ਕਿਤੇ ਗੁੱਸਾ ਹੀ ਨਾ ਕਰ ਜਾਏ ਕਿ ਤੂੰ ਮੇਰਾ ਨਿੱਜ ਕਿਉਂ ਫਰੋਲਦਾ ਹੈ। ਉਹਨੇ ਇਹ ਵੀ ਦੱਸਿਆ ਕਿ ਦੂਜੀ ਪਾਰਟ ਟਾਈਮ ਜੌਬ ਵਿੱਚ ਉਹ ਇੱਕ ਮੈਕਡੋਨਲਡ ਤੇ ਕਰਦੀ ਹੈ। ਉਹ ਕਹਿ ਰਹੀ ਸੀ ਕਿ ਇਸ ਵਾਰ ਉਹ ਵੀ ਸਮਲਿੰਗੀਆਂ ਦੀ ਪਰੇਡ ਵਿੱਚ ਸ਼ਾਮਲ ਹੋਏਗੀ। ਇਸ ਤਰ੍ਹਾਂ ਦੀ ਔਰਤ ਲਈ ਅਜੇ ਪੰਜਾਬੀ 'ਚ ਕੋਈ ਸ਼ਬਦ ਨਹੀਂ ਸੀ। ਸਲੀਨਾ ਕੰਮ ਕਰਨ ਨੂੰ ਬਹੁਤ ਤੇਜ਼ ਤੇ ਨਿਪੁੰਨ ਸੀ। ਦਿਮਾਗ ਦੀ ਵੀ ਬੜੀ ਤਿੱਖੀ ਸੀ, ਪਰ ਉਹਦੀ ਸੋਚ ਨੂੰ ਇੱਕ ਹੀ ਗ੍ਰਹਿਣ ਲੱਗਿਆ ਹੋਇਆ ਸੀ। ਮੈਂ ਸੋਚਦਾ ਰਹਿੰਦਾ। ਇੱਕ ਦਿਨ ਉਹ ਫਿਰ ਰੌਸ਼ਨ ਬਾਰੇ ਪੁੱਛਣ ਲੱਗੀ, ਰੌਸ਼ਨ ਨਾਲ ਤੁਹਾਡੇ ਪਿੰਡ ਦੇ ਮਰਦ ਜਾਂ ਔਰਤਾਂ ਕਿੰਨੇ ਕੁ ਖੁੱਲ ਜਾਂਦੇ ਸਨ? ਕਈ ਔਰਤਾਂ ਤਾਂ ਉਹ ਤੋਂ ਢਿੱਡ ਵੀ ਮਲਵਾ ਲੈਂਦੀਆਂ ਸੀ। ਕਈ ਗੁਪਤ ਰੋਗਾਂ ਸੰਬੰਧੀ ਦੇਸੀ ਦਵਾਈਆਂ ਤੇ ਨੁਸਖੇ ਪੁੱਛ ਲੈਂਦੀਆਂ। ਮਰਦ ਪਿੰਡ ਦੇ ਗੁੱਝੇ ਭੇਦ ਜਾਣਦੇ ਤੇ ਕਈ ਤਾਂ ਉਸ ਤੋਂ ਵਿਚੋਲਗੀ ਕਰਵਾਉਂਦੇ। ਉਹ ਮਰਦਾਂ ਤੇ ਔਰਤਾਂ ਦਾ ਸਾਂਝਾ ਬੰਦਾ ਸੀ ਜਿਹਨੂੰ ਦੋਵੇਂ ਉਡੀਕਦੇ ਰਹਿੰਦੇ। ਸਲੀਨਾ ਨੇ ਕਿਹਾ, ਭਾਵ ਚੰਗਾ ਇਨਸਾਨ। ਅਸੀਂ ਦੋਵੇਂ ਇਸ ਗੱਲ ਤੇ ਸਹਿਮਤ ਹੋ ਗਏ। ਸੈਕਸ ਜਾਂ ਲਿੰਗ ਚੰਗੇ ਮਾੜੇ ਬੰਦੇ ਦੀ ਪਛਾਣ ਨਹੀਂ ਹੁੰਦੀ, ਬਲਕਿ ਚੰਗਾ ਮਨ ਤੇ ਚੰਗੀ ਵਰਤੋਂ ਵਿਹਾਰ ਵੀ ਬੰਦੇ ਦੀ ਪਛਾਣ ਕਰਾ ਸਕਦਾ ਹੈ। ਗੱਲਾਂ ਕਰਦਿਆਂ ਕਰਦਿਆਂ ਮੈਨੂੰ ਆਪਣੇ ਪਿੰਡ ਦੇ ਕਈ ਹੋਰ ਕਿਰਦਾਰ ਯਾਦ ਆ ਗਏ। ਮੇਰੇ ਪਿੰਡ ਦਾ ਪ੍ਰੀਤਾ, ਜੋ ਉਦਾਂ ਦਾ ਮੁੰਡਾ ਸੀ, ਪਰ ਉਹਦੇ ਹਾਵ ਭਾਵ ਤੌਰ ਤਰੀਕੇ ਕੁੜੀਆਂ ਵਰਗੇ ਹੋਣ ਕਰਕੇ ਮੁੰਡੇ ਉਹਨੂੰ ਪ੍ਰੀਤੋ ਕਹਿੰਦੇ। ਨਿੱਕਾ ਹੁੰਦਾ ਕਦੇ ਉਹ ਆਪਣੀਆਂ ਬਾਹਾਂ 'ਚ ਚੂੜੀਆਂ ਪਾਈ ਫਿਰਦਾ, ਕਦੇ ਕੰਨਾਂ 'ਚ ਝੂਠੇ ਮੂਠੇ
ਵਾਲੇ ਪਾ ਕੇ ਫਿਰਦਾ। ਉਹਨੂੰ ਕੁੜੀਆਂ ਵਿੱਚ ਬਹਿ ਕੇ ਗੱਲਾਂ ਕਰਨਾ ਚੰਗਾ ਲੱਗਦਾ। ਉਹ ਵੀ ਪ੍ਰੇਮ ਪੱਤਰ ਪਹੁੰਚਾਉਣ ਵਾਲੇ ਡਾਕੀ ਵਜੋਂ ਕੰਮ ਕਰਦਾ। ਉਸ ਕੋਲ ਵੀ ਸਾਰੇ ਮੁੰਡੇ ਕੁੜੀਆਂ ਦੇ ਗੁੱਝੇ ਭੇਦ ਹੋਇਆ ਕਰਦੇ ਸਨ। ਮੋੜਾਂ ਖੁੰਡਾਂ ਤੇ ਬੈਠੇ ਲੋਕ ਪ੍ਰੀਤੇ ਦੀਆਂ ਭੇਦ ਭਰੀਆਂ ਗੱਲਾਂ ਸੁਣ ਕੇ ਆਨੰਦ ਮਾਣਦੇ। ਕਈ ਆਪਣੀਆਂ ਪ੍ਰੇਮਕਾਵਾਂ ਦਾ ਹਾਲ ਚਾਲ ਪੁੱਛਦੇ ਤੇ ਉਹਦੇ ਹੱਥ ਚਿੱਠੀ ਪੱਤਰ ਭੇਜਦੇ। ਉਹਨੂੰ ਵੀ ਕਈ ਮਨ ਚਲੇ ਕੁੜੀ ਸਮਝ ਬੁੱਕਲ 'ਚ ਲੈ ਕੇ ਘੁੱਟਦੇ ਤੇ ਉਹਦੇ ਚੁੰਮਣ ਲੈਂਦੇ। ਉਹ ਪਰਨੇ ਦੀ ਚੁੰਨੀ ਬਣਾ ਸਿਰ ਤੇ ਲੈ ਲੈਂਦਾ ਤੇ ਠੁਮਕ ਠੁਮਕ ਕਰਦਾ ਲੱਕ ਮਟਕਾਉਂਦਾ ਫਿਰਦਾ। ਉਹਦੇ ਦਾੜੀ ਵੀ ਆ ਗਈ ਪਰ ਲੱਛਣ ਉਹੀ ਰਹੇ। ਮੇਰੇ ਕੈਨੇਡਾ ਆਉਣ ਤੋਂ ਬਾਅਦ ਉਹਦਾ ਕੀ ਬਣਿਆ ਮੈਨੂੰ ਕੋਈ ਪਤਾ ਨਹੀਂ। ਅਜਿਹੇ ਲੋਕ ਤਾਂ ਹਰ ਸਮਾਜ ਵਿੱਚ ਹੀ ਸਨ। ਲਓ, ਇੱਕ ਹੋਰ ਕਿਰਦਾਰ ਦੀ ਯਾਦ ਆ ਗਈ। ਇਹ ਮੇਰੇ ਨਾਨਕੇ ਪਿੰਡ ਦਾ ਮੋਹਣਾ ਸੀ। ਅਸੀਂ ਨਿੱਕੇ ਹੁੰਦੇ ਵਿਆਹ ਖੇਡਦੇ ਤਾਂ ਉਹ ਬਹੂ ਬਣਦਾ, ਘੁੰਡ ਕੱਢ ਕੇ ਬੈਠਦਾ। ਪਤੀ ਬਣਿਆ ਮੁੰਡਾ ਉਹਦਾ ਘੁੰਡ ਚੁੱਕਦਾ, ਫਰਜ਼ੀ ਸੁਹਾਗ ਰਾਤ ਮਨਾਉਂਦਾ। ਇਸ ਖੇਡ 'ਚ ਉਹਨੂੰ ਬੜਾ ਹੀ ਆਨੰਦ ਆਉਂਦਾ। ਮੋਹਣਾ ਕੁੜੀਆਂ ਵਾਂਗ ਢਹਿ ਜਾਣਾ, ਟੁੱਟ ਪੈਣਾ ਵਰਗੀਆਂ ਗਾਲਾਂ ਕੱਢਦਾ। ਕਦੇ ਦੋ ਗੁੱਤਾਂ ਕਰਕੇ ਤੁਰਿਆ ਫਿਰਦਾ। ਜੇ ਉਹਦੀ ਮਾਂ ਕਹਿੰਦੀ ਤੂੰ ਜੂੜਾ ਕਰਿਆ ਕਰ, ਤੂੰ ਮੁੰਡਾ ਹੈ, ਤਾਂ ਉਹ ਆਖਦਾ ਨਹੀਂ, ਮੈਂ ਤਾਂ ਕੁੜੀ ਹਾਂ। ਉਹ ਕੁੜੀਆਂ ਨਾਲ ਬਾਥਰੂਮ 'ਚ ਨਹਾ ਵੀ ਲੈਂਦਾ ਤੇ ਉਹਨੂੰ ਉਹ ਤੋਂ ਸ਼ਰਮ ਨਾ ਆਉਂਦੀ। ਉਹ ਸਾਰਾ ਦਿਨ ਕੁੜੀਆਂ ਨਾਲ ਤੁਰਿਆ ਫਿਰਦਾ ਰਹਿੰਦਾ। ਲੋਕ ਉਹਨੂੰ ਅਮਰੂਕੀ ਕੁੜੀ ਸੱਦਦੇ। ਜਦੋਂ ਪੂਰਾ ਮਰਦ ਵੀ ਬਣ ਗਿਆ ਤਾਂ ਵੀ ਉਹਦੇ ਅੰਦਰਲੀ ਔਰਤ ਤਬਦੀਲ ਨਾ ਹੋਈ। ਮਰਦ ਦੇ ਖੋਲ ਵਿੱਚ ਬੈਠੀ ਇਸ ਔਰਤ ਦਾ ਕਿਸੇ ਕੋਲ ਕੋਈ ਇਲਾਜ ਨਹੀਂ ਸੀ। ਮੇਰੀਆਂ ਇਹ ਕਹਾਣੀਆਂ ਸੁਣ ਸਲੀਨਾ ਬੋਲ ਪੈਂਦੀ, "That's it." ਫਿਰ ਇੱਕ ਦਿਨ ਉਹਨੇ ਆਪਣੀ ਗੱਲਬਾਤ ਵਿੱਚ ਇਹ ਲਫ਼ਜ਼ ਵੀ ਜੋੜ ਦਿੱਤਾ, "I am not only one." ਮੇਰੇ ਕੰਨ ਖੜੇ ਹੋ ਗਏ। ਮੈਂ ਉਹਦੇ ਮਨ ਦਾ ਤਾਲਾ ਤੋੜ ਦਿੱਤਾ ਸੀ ਤੇ ਨਿਜਤਾ ਨੂੰ ਪਾੜ ਲਿਆ ਸੀ। ਹੁਣ ਮੈਂ ਉਹਦੇ ਮਨ ਅੰਦਰ ਵੜਨ 'ਚ ਕਾਮਯਾਬ ਹੋ ਗਿਆ ਤਾਂ ਕਹਿਣ ਲੱਗੀ, "ਜਸ, ਮੈਂ ਅੱਜ ਤੱਕ ਆਪਣੀ ਕਹਾਣੀ ਕਿਸੇ ਹੋਰ ਨੂੰ ਨਹੀਂ ਦੱਸੀ। ਪਤਾ ਨਹੀਂ ਕਿਉਂ ਤੈਨੂੰ ਦੱਸਣ ਨੂੰ ਦਿਲ ਕਰਦਾ ਹੈ। ਕੀ ਤੂੰ ਸੁਣੇਗਾ ਮੇਰੀ ਕਹਾਣੀ?" ਮੈਂ ਉਹਦਾ ਹੱਥ ਘੁੱਟਦਿਆਂ ਕਿਹਾ ਸੀ, "ਸ਼ੇਅਰ, ਸਭ ਤੋਂ ਪਹਿਲਾਂ ਅਸੀਂ ਇਨਸਾਨ ਹਾਂ, ਫਿਰ ਕੁਝ ਹੋਰ।" ਉਹਨੇ ਟਿਸ਼ੂ ਨਾਲ ਅੱਖਾਂ 'ਚ ਆਪ ਮੁਹਾਰੇ ਆ ਗਏ ਅਥਰੂ ਪੂੰਝੇ ਤੇ ਆਪਣੀ ਕਹਾਣੀ ਸੁਣਾਉਣ ਲੱਗ ਪਈ। ਮੈਂ ਥਾਈਲੈਂਡ 'ਚ ਜੰਮੀ ਪਲੀ ਹਾਂ। ਕਦੇ ਮੈਂ ਵੀ ਮੁੰਡਾ ਹੋਇਆ ਕਰਦੀ ਸੀ। ਮੇਰਾ ਨਾਂ ਵੀ ਸੈਮ ਹੋਇਆ ਕਰਦਾ ਸੀ, ਪਰ ਮੈਂ ਮੁੰਡਾ ਨਹੀਂ ਸੀ। ਮੁੰਡੇ ਦੇ ਜਿਸਮ 'ਚ ਵੱਡੀ ਕੁੜੀ ਸੀ। ਮੇਰੀਆਂ ਬਹੁਤ ਸਾਰੀਆਂ ਆਦਤਾਂ ਤੇ ਗੱਲਾਂ ਕੁੜੀਆਂ ਵਰਗੀਆਂ ਸਨ। ਮੈਨੂੰ ਕੁੜੀਆਂ 'ਚ ਰਹਿਣਾ ਹੀ ਚੰਗਾ ਲੱਗਦਾ ਸੀ, ਪਰ ਮੇਰੀ ਮਾਂ ਨੂੰ ਇਹ ਸਭ ਕੁਝ ਪਸੰਦ ਨਹੀਂ ਸੀ। ਮੇਰੀ ਸਿੰਗਲ ਮਾਂ ਮੈਨੂੰ ਬਿਮਾਰ ਹੋਣ ਤੇ ਤਾਂ ਅਕਸਰ ਡਾਕਟਰ ਦੇ ਲੈ ਜਾਂਦੀ, ਪਰ ਇਸ ਵਾਰ ਉਹ ਮੇਰਾ ਸਪੈਸ਼ਲ ਚੈੱਕਅਪ ਕਰਵਾਉਣਾ ਚਾਹੁੰਦੀ ਸੀ। ਉਹੀ ਗੱਲ ਹੋਈ ਜਿਹਦਾ ਉਹਨੂੰ ਡਰ ਸੀ। ਮੇਰਾ ਮਰਦਾਨਾ ਅੰਗ ਵਿਕਸਿਤ ਨਹੀਂ ਸੀ ਹੋ ਰਿਹਾ। ਉਸ ਵਿੱਚ ਤਾਂ ਲਹੂ ਦਾ ਪ੍ਰਵਾਹ ਹੀ ਨਹੀਂ ਸੀ, ਭਾਵ ਮੁਰਦਾ ਸੀ। ਮੈਂ ਨਾਮਰਦ ਸੀ। ਮੇਰੇ ਹੋਰ ਟੈਸਟ ਹੋਏ ਤਾਂ ਪਤਾ ਲੱਗਿਆ ਹਾਰਮੋਨਸ ਦੀ ਵੱਡੀ ਗੜਬੜ ਹੈ। ਫਿਰ ਡਾਕਟਰ ਨੇ ਦੱਸਿਆ ਮੈਂ ਅੰਦਰੋਂ 70% ਔਰਤ ਹਾਂ। ਸਪੈਸ਼ਲਿਸਟ ਨੇ ਸਲਾਹ ਦਿੱਤੀ, 1-2 ਅਹਿਮ ਸਰਜਰੀਆਂ ਤੋਂ ਬਾਅਦ ਮੈਂ 95% ਔਰਤ ਬਣ ਜਾਵਾਂਗੀ। ਪਰ ਕੁਝ ਮਰਦਾਨਾ ਚਿੰਨ੍ਹ ਬਚੇ ਵੀ ਰਹਿਣਗੇ, ਜਿਵੇਂ ਮੇਰੀ ਆਵਾਜ਼ ਪੂਰੀ ਤਰ੍ਹਾਂ ਨਹੀਂ ਬਦਲੇਗੀ ਤੇ ਕੁਝ ਆਦਤਾਂ ਵੀ। ਪਰ ਇਸ ਲਈ ਖਰਚਾ ਬਹੁਤ ਕਰਨਾ ਪੈਣਾ ਸੀ। ਮੇਰੀ ਮਾਂ ਕੋਲ ਇੰਨੇ ਪੈਸੇ ਨਹੀਂ ਸੀ। ਉਹ ਤਾਂ ਰੋਣੋਂ ਹੀ ਨਾ ਹਟੇ ਤਾਂ ਰੱਬ ਨੂੰ ਲਾਮੇ ਦੇਈ ਜਾਵੇ ਕਿ ਇਹ ਤੂੰ ਮੇਰੇ ਪੁੱਤ ਨਾਲ ਕੀ ਕੀਤਾ। ਮੇਰੇ ਡਾਕਟਰ ਨੇ ਮੈਨੂੰ ਦੱਸਿਆ ਕਿ ਅਮਰੀਕਾ 'ਚ ਇਹਦਾ ਮਨੁੱਖਤਾ ਦੇ ਆਧਾਰ ਤੇ ਮੁਫਤ ਇਲਾਜ ਹੋ ਸਕਦਾ ਹੈ ਤੇ ਮੇਰੀ ਇਮੀਗ੍ਰੇਸ਼ਨ ਵੀ ਹੋ ਸਕਦੀ ਹੈ। ਮੈਂ ਆਪਣੀ ਪਛਾਣ ਪ੍ਰਾਪਤ ਕਰਨ ਲਈ ਫਿਰ ਇਸ ਪਾਸੇ ਪੂਰਾ ਧਿਆਨ ਲਾ ਦਿੱਤਾ। ਮਾਂ ਨੂੰ ਮੇਰੀ ਪਛਾਣ ਨਾਲੋਂ ਮੇਰੇ ਅਮਰੀਕਾ ਜਾਣ ਦਾ, ਉਹ ਵੀ ਮੁਫਤੋਂ ਮੁਫਤ, ਚਾਅ ਵਧੇਰੇ ਸੀ। ਉਹ ਨਹੀਂ ਸੀ ਜਾਣਦੀ ਕਿ ਮੈਂ ਜਦੋਂ ਮੁੰਡਿਆਂ ਵਾਲਾ ਵਾਸ਼ਰੂਮ ਵਰਤਦੀ ਸੀ ਤਾਂ ਮੇਰੇ ਦਿਲ ਤੇ ਕੀ ਬੀਤਦੀ ਤੇ ਮੇਰੇ ਅੰਦਰਲੀ ਕੁੜੀ ਕੀ ਮਹਿਸੂਸ ਕਰਦੀ ਸੀ। ਉਹ ਮੇਰੇ ਮਨੋਵਿਗਿਆਨ ਨੂੰ ਸਮਝ ਹੀ ਨਹੀਂ ਸੀ ਸਕੀ ਕਿ ਮੈਂ ਮੁੰਡਾ ਹੋ ਕੇ ਲਿਪਸਟਿਕ ਕਿਉਂ ਲਗਾ ਲੈਂਦੀ ਹਾਂ ਤੇ ਕੁੜੀਆਂ ਵਰਗੇ ਵਾਲ ਕਿਉਂ ਬਣਾ ਲੈਂਦੀ ਹਾਂ। ਉਹ ਮੈਨੂੰ ਝੱਲਾ ਮੁੰਡਾ ਕਹਿ ਕੇ ਗੱਲ ਟਾਲ ਦਿੰਦੀ। ਕਾਲਜ ਜਾ ਕੇ ਆਪਣੀ ਤੋਰ ਗੱਲਬਾਤ ਦਾ ਤੌਰ ਤਰੀਕਾ ਤੇ ਆਦਤ ਕਰਕੇ ਬਹੁਤ ਮਾਨਸਿਕ ਭੀੜ ਚੋਂ ਲੰਘੀ। ਮੈਂ ਤਾਂ ਸਕੂਲ ਤੋਂ ਹੀ ਬਲਿੰਗ ਦਾ ਸ਼ਿਕਾਰ ਸੀ, ਪਰ ਮੇਰਾ ਰੋਣ ਸੁਣਨ ਵਾਲਾ ਕੋਈ ਨਹੀਂ ਸੀ। ਪਹਿਲੀ ਵਾਰ ਮੈਂ ਆਪਣੇ ਡਾਕਟਰ ਸਾਹਮਣੇ ਰੱਜ ਕੇ ਰੋਈ। ਮੈਂ ਖੁਸਰਾ ਕਹਾ ਕੇ ਸਾਰਾ ਜੀਵਨ ਬਤੀਤ ਕਰਨਾ ਨਹੀਂ ਸੀ ਚਾਹੁੰਦੀ। ਮੇਰੀ ਮਾਂ ਮੇਰੇ ਵਿਆਹ ਕਰਨ ਨੂੰ ਫਿਰੇ, ਪਰ ਮੇਰੇ 'ਚ ਤਾਂ ਮੁੰਡਿਆਂ ਵਾਲੀ ਗੱਲ ਹੀ ਕੋਈ ਨਹੀਂ ਸੀ।
ਉਦੋਂ ਮੈਂ ਘਰੋਂ ਦੌੜ ਜਾਣ ਦਾ ਜਾਂ ਆਤਮ ਹੱਤਿਆ ਕਰ ਲੈਣ ਦਾ ਮਨ ਵੀ ਬਣਾ ਲਿਆ ਸੀ ਤੇ ਮੈਂ ਆਪਣਾ ਇਹ ਫੈਸਲਾ ਆਪਣੇ ਡਾਕਟਰ ਨੂੰ ਵੀ ਸੁਣਾ ਦਿੱਤਾ, ਜਿਸ ਦੇ ਬਾਅਦ ਡਾਕਟਰ ਐਡਵਾਰਡੇ ਨੇ ਮੈਨੂੰ ਮੌਤ ਦੇ ਖੂਹ ਚੋਂ ਕੱਢਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਦਿੱਤਾ। ਮੈਂ ਉਹਦੀ ਕਹਾਣੀ ਲਗਾਤਾਰ ਸੁਣ ਰਿਹਾ ਸੀ। ਮੈਨੂੰ ਆਪਣੀ ਕਲਾਸ ਫੈਲੋ ਨਿੰਮੋ ਦੀ ਯਾਦ ਆਈ, ਜੋ ਵਿਆਹ ਨਹੀਂ ਸੀ ਕਰਾਉਣਾ ਚਾਹੁੰਦਾ ਪਰ ਘਰਦਿਆਂ ਧੱਕੇ ਨਾਲ ਵਿਆਹ ਕਰ ਦਿੱਤਾ ਸੀ। ਉਹ ਬਥੇਰੇ ਡਾਕਟਰਾਂ ਵੈਦਾਂ ਕੋਲ ਤੁਰਿਆ ਫਿਰਦਾ ਆਪਣੇ ਆਪ ਨੂੰ ਲੁਟਾਉਂਦਾ ਰਿਹਾ, ਪਰ ਉਹਦਾ ਮਰਦਾਨਾਪਣ ਵਾਪਸ ਨਾ ਆਇਆ ਤੇ ਘਰਦਿਆਂ ਧੱਕੇ ਨਾਲ ਉਹਦਾ ਵਿਆਹ ਕਰ ਹੀ ਦਿੱਤਾ। ਉਹ ਸੁਹਾਗ ਰਾਤ ਮਨਾਉਣ ਤੋਂ ਡਰਦਾ ਬਾਅਦ ਵਾਲੀ ਨਮੋਸ਼ੀ ਤੋਂ ਪਹਿਲਾਂ ਹੀ ਅਜਿਹਾ ਲਾਪਤਾ ਹੋਇਆ ਕਿ ਮੁੜ ਕੇ ਉਹਦਾ ਕੋਈ ਸੁਰਾਗ ਹੀ ਨਹੀਂ ਮਿਲਿਆ। ਮੈਂ ਬੈਠਾ ਸੋਚ ਰਿਹਾ ਸੀ ਕਿ ਸਾਡੀ ਸੋਚ ਵਿੱਚ ਮਾਨਸਿਕ ਰੋਗ ਦੀ ਕੋਈ ਮਹੱਤਤਾ ਹੀ ਨਹੀਂ ਹੈ। ਅਸੀਂ ਜਿਨਸੀ ਬਿਮਾਰੀ ਨੂੰ ਹੀ ਕੋਈ ਗੰਭੀਰ ਬਿਮਾਰੀ ਸਮਝਦੇ ਹਾਂ, ਪਰ ਇਹਦਾ ਪੰਜਾਬ ਨਹੀਂ ਸੀ, ਪੱਛਮੀ ਸਮਾਜ ਸੀ। ਮੈਂ ਸਲੀਨਾ ਦੀ ਅਗਲੀ ਕਹਾਣੀ ਸੁਣਨ ਲਈ ਬੇਹੱਦ ਉਤਸੁਕ ਸੀ ਤੇ ਉਹਨੂੰ ਟਿਮ ਹਾਰਟਨ ਲੈ ਗਿਆ। ਕੌਫੀ ਪੀਂਦਿਆਂ ਉਹਨੇ ਗੱਲ ਜਾਰੀ ਰੱਖੀ। ਮੈਂ ਇਸੇ ਆਧਾਰ ਤੇ ਵੀਜ਼ਾ ਮੰਗਿਆ ਕਿ ਮੇਰੇ ਦੇਸ਼ 'ਚ ਅੱਧੇ ਅਧੂਰੇ ਲਿੰਗ ਦੀ ਕੋਈ ਪਛਾਣ ਨਹੀਂ ਤੇ ਨਾ ਹੀ ਕੋਈ ਢੁਕਵਾਂ ਇਲਾਜ ਹੈ, ਜਿਸ ਨਾਲ ਮੇਰੇ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ। ਮੇਰੀ ਉਦਾਸੀ ਮੇਰੀ ਮੌਤ ਬਣ ਸਕਦੀ ਹੈ, ਪਰ ਅਮਰੀਕਾ 'ਚ ਮੇਰਾ ਇਲਾਜ ਹੋ ਸਕਦਾ ਹੈ ਤੇ ਇੱਕ ਨਵੀਂ ਪਛਾਣ ਬਣ ਸਕਦੀ ਹੈ। ਵੀਜ਼ਾ ਆਫਿਸਰ ਨੂੰ ਮੇਰੀ ਕਹਾਣੀ ਟੁੰਬ ਗਈ ਸੀ। ਉਹ ਮੇਰੇ ਦਰਦ ਨਾਲ ਪਸੀਜਿਆ ਵੀ ਗਿਆ। ਉਹਨੇ ਮੈਨੂੰ ਅਮਰੀਕਾ ਆ ਕੇ ਇਲਾਜ ਕਰਵਾਉਣ ਤੇ ਰਹਿਣ ਦੀ ਆਗਿਆ ਦਿੱਤੀ। ਸਾਰਾ ਖਰਚਾ ਵੀ ਸਿਹਤ ਵਿਭਾਗ ਨੇ ਕਰਨਾ ਸੀ। ਨਿਊਯਾਰਕ ਆ ਕੇ ਮੇਰੀ ਸਪੈਸ਼ਲ ਸਰਜਰੀ ਹੋਈ, ਜਿਸ ਨਾਲ ਮੈਂ ਸੈਮ ਤੋਂ ਸਲੀਨਾ 'ਚ ਤਬਦੀਲ ਹੋ ਗਈ। ਮੈਂ ਉਹਦੀਆਂ ਗੱਲਾਂ ਸੁਣ ਕੇ ਹੈਰਾਨ ਹੋ ਗਿਆ। ਉਹ ਅਜੇ ਵੀ ਬੋਲ ਰਹੀ ਸੀ। ਫਿਰ ਮੇਰੇ ਅੰਗਾਂ 'ਚ ਬਦਲਾਅ ਆਉਣਾ ਸ਼ੁਰੂ ਹੋਏ। ਮੇਰੀ ਕਾਉਂਸਲਿੰਗ ਚੱਲਦੀ ਰਹੀ ਤੇ ਮੁੜ ਵਸੇਬੇ ਲਈ ਕਲਾਸਾਂ ਲੱਗਦੀਆਂ ਰਹੀਆਂ। ਕੌਂਸਲਰਾਂ ਵੱਲੋਂ ਮੇਰੀ ਮਾਨਸਿਕਤਾ ਬਦਲੀ ਗਈ। ਮੇਰੇ ਅੰਦਰ ਬੈਠੀ ਕੁੜੀ ਨੂੰ ਬਾਹਰ ਕੱਢਿਆ ਗਿਆ। ਫਿਰ ਮੈਂ ਸ਼ਰੇਆਮ ਕੁੜੀਆਂ ਵਾਲੇ ਕੱਪੜੇ ਖਰੀਦਣ ਤੇ ਪਹਿਨਣ ਲੱਗ ਪਈ। ਕੁੜੀਆਂ ਵਾਲੇ ਬਾਥਰੂਮ 'ਚ ਬਿਨਾਂ ਝਿਜਕਣ ਵਰਤਣ ਲੱਗ ਪਈ। ਇਹ ਵਾਕਈ ਮੇਰਾ ਨਵਾਂ ਜਨਮ ਸੀ। ਇੱਕੋ ਜਨਮ 'ਚ ਮੈਂ ਮਰਦ ਤੇ ਔਰਤ ਦੀ ਜੂਨ ਹੰਢਾ ਲਈ। ਥੈਂਕ ਗॉड ਨਾਓ ਆਈ ਐਮ ਕੰਪਲੀਟ ਵੂਮਨ। ਉਹ ਕਿੰਨੀ ਦੇਰ ਮੇਰਾ ਹੱਥ ਘੁੱਟ ਕੇ ਬੈਠੀ ਰਹੀ। ਪਹਿਲੀ ਵਾਰ ਕਿਸੇ ਨੇ ਉਹਦੀ ਗੱਲ ਸੁਣੀ ਸੀ ਤੇ ਉਹਦੇ ਟਪਕਦੇ ਅਥਰੂਆਂ ਨੂੰ ਪੂੰਝਿਆ ਸੀ। ਉਹ ਕਹਿ ਰਹੀ ਸੀ, ਇਹ ਹੀਜੜੇ ਜਾਂ ਸਮਲਿੰਗੀ ਵੀ ਇਨਸਾਨ ਹੀ ਹੁੰਦੇ ਨੇ। ਇਹਨਾਂ ਨੂੰ ਦੁਰਕਾਰਨ ਦੀ ਨਹੀਂ ਸਗੋਂ ਸਮਝਣ ਦੀ ਲੋੜ ਹੈ। ਇਹ ਵੀ ਮਨੁੱਖੀ ਅਧਿਕਾਰ ਚਾਹੁੰਦੇ ਨੇ, ਕੁਝ ਪਲ ਦੀਆਂ ਖੁਸ਼ੀਆਂ ਚਾਹੁੰਦੇ ਨੇ। ਜੇ ਉਹ ਵਿਰੋਧੀ ਲਿੰਗ ਨਾਲ ਰਹਿਣ ਦੇ ਯੋਗ ਨਹੀਂ ਤਾਂ ਕੀ ਹੋਇਆ? ਸਭ ਤੋਂ ਪਹਿਲਾਂ ਉਹ ਇਨਸਾਨ ਤਾਂ ਹਨ। ਇਤਿਹਾਸ ਗਵਾਹ ਹੈ ਕਿ ਅਜਿਹੇ ਲੋਕ ਪ੍ਰਸਿੱਧ ਲੇਖਕ ਤੇ ਯੋਧੇ ਵੀ ਹੋਏ ਨੇ। ਮੈਨੂੰ ਵੀ ਸਲੀਨਾ ਦੀ ਗੱਲ ਸੁਣ ਕੇ ਵਿਲੀਅਮ ਸ਼ੇਕਸਪੀਅਰ, ਕਈ ਮਹਾਬਲੀ ਮਹਾਰਾਜੇ ਤੇ ਮਹਾਭਾਰਤ ਦਾ ਨਾਇਕ ਸ਼ਿਖੰਡੀ ਯਾਦ ਆਏ। ਮੇਰੇ ਜ਼ਿਹਨ 'ਚ ਰੌਸ਼ਨ ਤੇ ਪ੍ਰੀਤਾ ਵੀ ਸਤਿਕਾਰਤ ਮਨੁੱਖ ਬਣ ਕੇ ਉੱਭਰੇ, ਜੋ ਮੇਰੇ ਪਾਸੋਂ ਹਮਦਰਦੀ ਦੇ 2 ਬੋਲ ਮੰਗ ਰਹੇ ਸਨ। ਉਹ ਮੈਨੂੰ ਵੀ ਟੌਮ ਬੁਆਏ ਕੁੜੀਆਂ ਦੇ ਸਮਲਿੰਗੀ ਵਿਆਹ ਲਈ ਸੰਘਰਸ਼ ਕਰਦੇ ਲੋਕ ਆਮ ਮਨੁੱਖੀ ਜਾਪਣ ਲੱਗੇ। ਸਮਾਜਿਕ ਵਰਤਾਰੇ ਦਾ ਕੀ ਹੈ ਤਾਂ ਮਨੁੱਖ ਦਾ ਆਪ ਹੀ ਸਿਰਜਿਆ ਤੇ ਬਣਾਇਆ ਹੋਇਆ, ਜੋ ਸਮੇਂ-ਸਮੇਂ ਬਦਲਦਾ ਰਹਿੰਦਾ। ਮੈਂ ਸਲੀਨਾ ਨੂੰ ਕਿਹਾ ਕਿ ਉਹ ਵੀ ਟੋਰਾਂਟੋ ਹੋਣ ਵਾਲੀ ਪ੍ਰਾਈਡ ਪਰੇਡ 'ਚ ਸ਼ਾਮਲ ਹੋ ਜਾਏ। ਦੂਸਰੇ ਦਿਨ ਉਹਨੇ ਮੈਨੂੰ ਦੱਸਿਆ ਕਿ ਉਹਦੀਆਂ ਬਹੁਤ ਸਾਰੀਆਂ ਹੋਰ ਸਹੇਲੀਆਂ ਅਮਰੀਕਾ ਤੋਂ ਇਸ ਪਰੇਡ 'ਚ ਸ਼ਾਮਲ ਹੋਣ ਲਈ ਆ ਰਹੀਆਂ ਨੇ। ਇਸ ਸਮੇਂ ਬਹੁਤ ਸਾਰੇ ਸਮਲਿੰਗੀਆਂ ਨੇ ਇੱਕ ਦੂਜੇ ਨੂੰ ਸ਼ਾਦੀ ਲਈ ਪ੍ਰਪੋਜ਼ ਕਰਨਾ ਹੈ, ਕਿਉਂਕਿ ਕੈਨੇਡਾ 'ਚ ਉਹ ਅਜਿਹਾ ਕਾਨੂੰਨਨ ਕਰ ਸਕਦੇ ਨੇ। ਸਲੀਨਾ ਨੇ ਦੱਸਿਆ ਕਿ ਉਸਨੇ ਵੀ ਕਿਸੇ ਨੂੰ ਪ੍ਰਪੋਜ਼ ਕਰਨਾ ਹੈ। ਇਹ ਉਸ ਲਈ ਇੱਕ ਬਹੁਤ ਮਹੱਤਵਪੂਰਨ ਦਿਨ ਸੀ। ਮਨੁੱਖੀ ਅਧਿਕਾਰਾਂ ਨੂੰ ਮੁੱਖ ਰੱਖਦਿਆਂ ਕੰਮ ਤੋਂ ਫਿਰ ਉਹਨੂੰ ਉਸ ਦਿਨ ਦੀ ਛੁੱਟੀ ਦੇ ਦਿੱਤੀ ਗਈ, ਜਿਸ ਨਾਲ ਉਹਦੀ ਸ਼ਾਦੀ ਹੋਣੀ ਸੀ। ਉਹ ਵੀ ਤਾਂ ਇੱਕ ਕੁੜੀ ਸੀ ਜੋ ਉਹਨੂੰ ਨਿਊਯਾਰਕ 'ਚ ਮਿਲੀ ਸੀ। ਸਲੀਨਾ ਟੌਮ ਬੁਆਏ ਗਰਲ ਸੀ, ਜਿਸ ਨੇ ਉਹਦੀ ਪਾਰਟਨਰ ਬਣਨਾ ਸੀ। ਉਹਦਾ ਨਾਂ ਵਿਆਹ ਵੀ ਇਸੇ ਅਕਤੂਬਰ 'ਚ ਪੱਕਾ ਸੀ, ਜਿਹਦਾ ਸਭ ਤੋਂ ਪਹਿਲਾ ਕਾਰਡ ਉਹਨੇ ਮੈਨੂੰ ਹੀ ਦੇਣਾ ਸੀ। ਇਸ ਬਦਲ ਰਹੇ ਸੰਸਾਰ 'ਚ ਮੈਨੂੰ ਸੂਰਜ ਪੱਛਮ ਵਾਲੇ ਪਾਸਿਓਂ ਚੜ੍ਹਦਾ ਮਹਿਸੂਸ ਹੋਇਆ। ਇਸ ਨਵੀਂ ਰੁੱਤ ਵਿੱਚ ਮੈਂ ਭਾਵੇਂ ਆਪ ਨੂੰ ਵਕਤ ਵਿਆਹ ਚੁੱਕਾ ਬੁੱਢਾ ਮਹਿਸੂਸ ਕਰਨ ਲੱਗਾ, ਪਰ ਇਸ ਵਿਆਹ 'ਚ ਸ਼ਾਮਲ ਹੋਣਾ ਮੇਰੇ ਲਈ ਬਿਲਕੁਲ ਨਵੀਂ ਗੱਲ ਸੀ। ਮੈਂ ਸਲੀਨਾ ਨੂੰ ਬੁੱਕਲ 'ਚ ਘੁੱਟ ਕੇ ਮੁਬਾਰਕਬਾਦ ਕਿਹਾ। ਧੰਨਵਾਦ।